सतगुरु दीन दुनिया दे मालक अंतरजामी सर्व कला समरथ गुरुदेव पातशाह श्री गुरु ग्रंथ साहिब महाराज जी दे चरनां विच उपस्थित गुरु रूप साध संगत जी, आप जी भागशाली हो। अकाल पुरख वालों बख्शिश कीते होए इस मनुखा शरीर नूं देह नूं गुरु हजूरी विच पहुँच के सफल कर रहे हो। सुखमणी साहब अंदर गुरु अर्जन देव पातशाह ने जो 6वीं अष्टपदी जिहदे अंदर मिलियां होइयां दातां नूं वेख के दाते दा चेता करन दी जुगत जाच दर्शाई गई है। दातां दी व्याख्या कीती, जिन्नियां चीज़ां जिन्नियां वस्तुआं सानूं मिलियां ने, शरीर नूं संभाल वास्ते कई कुछ उहने पैदा कीता है। इहनूं कहंदे ने धन्नवाद भगती, शुकराना भगती। ये उही लोग करते ने जिन्हां दा मन जाग पवे। जे मन सुता है फिर किवें कोई वेखेगा मैनूं की मिलिया है। वरती जाएगा, खाई जाएगा, पहनी जाएगा। बस स्वार्थी जिहड़ा मन है वो कदी धन्नवाद नहीं कर सकदा। ਉਹ ਤਾਂ ਜਿਹੜੀਆਂ ਚੀਜ਼ਾਂ ਮਿਲ ਗਈਆਂ ਉਹਨਾਂ ਨੂੰ ਸਮਝਦਾ ਮੇਰੀਆਂ ਨੇ, ਜਿਹੜੀਆਂ ਨਹੀਂ ਮਿਲੀਆਂ ਉਹਨਾਂ ਵਾਸਤੇ ਦਿਨ ਰਾਤ ਅੰਦਰੋਂ ਕਲਪਦਾ ਰਹਿੰਦਾ, ਅੰਦਰੋਂ ਵਿਲਕਦਾ ਰਹਿੰਦਾ ਹੈ। ਇਹੀ ਚੀਜ਼ ਹੈ ਜਿਹਨੂੰ ਕਹਿੰਦੇ ਨੇ ਮਨੁੱਖ ਭਾਣੇ ਤੋਂ ਉਲਟ ਜਾ ਰਿਹਾ ਹੈ। ਜੋ ਵਸਤੂਆਂ ਰੱਬ ਨੇ ਅਕਾਲ ਪੁਰਖ ਨੇ ਬਖਸ਼ੀਆਂ ਉਹਨਾਂ ਵੱਲ ਕਦੀ ਧਿਆਨ ਨਹੀਂ ਜਾਂਦਾ, ਉਹਨਾਂ ਵੱਲ ਕਦੀ ਵੇਖਦਾ ਨਹੀਂ, ਜਿਸ ਕਰਕੇ ਇਹਨੂੰ ਇੱਕ ਅਕਿਰਤ ਘਣਤਾ ਦਾ ਦੋਸ਼ ਲੱਗਦਾ ਹੈ। ਜੋ ਕੁਝ ਮਿਲਿਆ ਜੇ ਉਹਦੇ ਬਾਰੇ ਅਸੀਂ ਕਦੀ ਜਾਣਿਆ ਨਾ ਤੇ ਇੱਕ ਦੋਸ਼ ਲੱਗੇਗਾ ਸਾਡੇ ਤੇ, ਉਹ ਕਿਹੜਾ ਹੈ? ਅਕਿਰਤ ਘਣਤਾ ਦਾ। ਬਹੁਤ ਸਾਰੇ ਪਾਪੀਆਂ ਤੋਂ ਵੱਡਾ ਪਾਪੀ ਹੈ ਅਕਿਰਤ ਘਣ। ਅਕਿਰਤ ਘਣ ਉਹਨੂੰ ਕਹਿੰਦੇ ਜਿਹਨੂੰ ਬਹੁਤ ਕੁਝ ਦਿੱਤਾ ਹੋਵੇ ਤੇ ਦੇਣ ਵਾਲੇ ਨੂੰ ਭੁੱਲ ਜਾਏ। ਜਿਵੇਂ ਕੋਈ ਇੱਕ ਵਸਤੂ ਸਾਨੂੰ ਦਏ, ਅਸੀਂ ਉਹਨੂੰ ਭੁੱਲ ਜਾਈਏ ਤਾਂ ਕਵਾਂਗੇ ਅਕਿਰਤ ਘਣ ਹੈ। ਅਕਾਲ ਪੁਰਖ ਨੇ ਸਾਨੂੰ ਸਰੀਰ ਦਿੱਤਾ, ਹੱਥ ਪੈਰ ਦਿੱਤੇ, ਅੱਖਾਂ ਦਿੱਤੀਆਂ, ਦ੍ਰਿਸ਼ਟੀ ਦਿੱਤੀ, ਪੀਣ ਵਾਸਤੇ ਜਲ ਦਿੱਤਾ, ਸਵਾਸ ਲੈਣ ਲਈ ਹਵਾ ਦਿੱਤੀ। ਇਹ ਸਾਰਾ ਕੁਝ ਲੈ ਕੇ ਵੀ ਜੇ ਅਸੀਂ ਉਹਨੂੰ ਯਾਦ ਨਹੀਂ ਕਰਦੇ ਤੇ ਸਾਡੀ ਜਿਹੜੀ ਸੂਚੀ ਹੈ, ਸਾਡੀ ਜਿਹੜੀ ਕਲਾਸ ਹੈ, ਉਹਦੇ ਵਿੱਚ ਅਸੀਂ ਅਕਿਰਤ ਘਣਤਾ ਦੀ ਦੁਨੀਆ ਵਿੱਚ ਨਾਮ ਲਿਖਿਆ ਜਾਂਦਾ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਕਿਰਤ ਘਣ ਦਾ ਚਿੱਤਰ ਸਾਨੂੰ ਬਣਾ ਕੇ ਦਿਖਾਇਆ। ਉਹ ਕਿਵੇਂ ਦਾ ਹੈ? ਭਾਈ ਸਾਹਿਬ ਦੇ ਬੜੇ ਪਿਆਰੇ ਬਚਨ। ਉਹਨਾਂ ਨੇ ਇੱਕ ਐਸੇ ਗਲੀਚ ਪਤਿਤ ਤੇ ਡਿੱਗੇ ਹੋਏ ਕਰਮ ਦਾ ਨਾਮ ਲੈ ਕੇ ਅਕਿਰਤ ਘਣ ਬੰਦੇ ਦੀ ਵਿਆਖਿਆ ਕੀਤੀ ਹੈ, ਜਿਹਦੇ ਵਿੱਚ ਉਹ ਕਹਿੰਦੇ ਨੇ ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ ਧਿਆਨ ਦੇਣਾ। ਮੱਧ ਦੇ ਅਰਥ ਨੇ ਸ਼ਰਾਬ, ਕੁੱਤੇ ਦਾ ਮਾਸ ਤੁਸੀਂ ਸਿੱਧਾ ਸਮਝਦੇ ਹੋ। ਕਹਿੰਦੇ ਕਿਸੇ ਵੇਸ਼ਵਾ ਨੇ ਕੁੱਤਾ ਮਾਰ ਕੇ, ਪਹਿਲਾਂ ਤੇ ਵੇਸ਼ਵਾ ਜਿਹੜੀ ਉਹ ਨੀਚ ਜੀਵਨ ਵਾਲੀ ਹੈ, ਫਿਰ ਉਹਨੇ ਮਰੇ ਹੋਏ ਕੁੱਤੇ ਦਾ ਮਾਸ ਸ਼ਰਾਬ ਵਿੱਚ ਪਾ ਕੇ ਰਿੰਨਿਆ। ਤਿੰਨ ਚੀਜ਼ਾਂ ਕਿੰਨੀਆਂ ਗਲੀਚ ਹੋ ਗਈਆਂ। ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ ਧਰਿਆ ਮਾਨਸ ਖੋਪਰੀ। ਤੇ ਜਦੋਂ ਮਾਸ ਰਿੱਝ ਗਿਆ ਉਹਨੂੰ ਮਾਨਸ ਖੋਪਰੀ, ਕਿਸੇ ਬੰਦੇ ਦੀ ਖੋਪਰੀ ਪਈ ਸੀ, ਪਹਿਲਾਂ ਮਰ ਚੁੱਕਾ ਸੀ ਤੇ ਖੋਪਰੀ ਰੁਲਦੀ ਪਈ ਸੀ, ਸੁੱਕ ਗਈ ਸੀ।
ਤੇ ਬੰਦੇ ਦੀ ਜੇ ਖੋਪਰੀ ਇਕੱਲੀ ਹੋ ਜਾਏ ਤੇ ਉਹ ਇੱਕ ਭਾਂਡੇ ਵਰਗੀ, ਕੌਲੇ ਵਰਗੀ ਹੁੰਦੀ। ਉਸ ਵੇਸ਼ਿਆ ਨੇ ਉਸ ਮਨੁੱਖ ਦੀ ਖੋਪਰੀ ਲਈ ਤੇ ਉਹਦੇ ਵਿੱਚ ਕੁੱਤੇ ਦਾ ਮਾਸ ਸ਼ਰਾਬ ਵਿੱਚ ਪਾ ਕੇ ਰਿੰਨ ਕੇ ਪਾ ਦਿੱਤਾ। ਫਿਰ ਕਹਿੰਦੇ ਰਤੂ ਭਰਿਆ ਕੱਪੜਾ ਇਸ ਮੰਦੀ ਵਾਸ, ਲਹੂ ਦਾ ਭਰਿਆ ਹੋਇਆ ਲਿਬੜਿਆ ਕੋਈ ਪੁਰਾਣਾ ਗਲੀਚ ਕੱਪੜਾ ਲੈ ਕੇ ਨਾ ਉਸ ਖੋਪਰੀ ਵਿੱਚ ਪਏ ਹੋਏ ਮਾਸ ਨੂੰ ਉਹਨੇ ਢੱਕ ਦਿੱਤਾ। ਜਿਵੇਂ ਕੋਈ ਪਵਿੱਤਰ ਭੋਜਨ ਆਪਾਂ ਕਿਤੇ ਲੈ ਕੇ ਜਾਂਦੇ ਹਾਂ ਤੇ ਉਹਨੂੰ ਨੰਗਾ ਨਹੀਂ ਛੱਡਦੇ, ਉਹਨੂੰ ਢੱਕ ਦਿੰਦੇ ਹਾਂ ਵੀ ਕਿਸੇ ਦੀ ਨਜ਼ਰ ਨਾ ਪੈ ਜਾਏ, ਅਪਵਿੱਤਰ ਨਾ ਹੋ ਜਾਏ, ਕੋਈ ਬੜਾ ਸ਼ੁੱਧ ਭੋਜਨ ਹੋਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਉਹਨੇ ਢੱਕਿਆ ਨਾ, ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ, ਉਹਨੂੰ ਢੱਕ ਕੇ ਸਿਰ ਤੇ ਰੱਖ ਕੇ ਤੁਰੀ ਜਾਂਦੀ ਬਾਜ਼ਾਰ ਵਿੱਚ। ਅੱਗੋਂ ਕੋਈ ਸੱਜਣ ਮਿਲਿਆ, ਉਹ ਪੁੱਛਦਾ ਵੀ ਤੂੰ ਕੀ ਢੱਕ ਕੇ ਲੈ ਕੇ ਜਾ ਰਹੀ ਹੈ? ਖੂਨ ਦਾ ਲਿਬੜਿਆ ਕੱਪੜਾ ਹੈ, ਬੰਦੇ ਦੀ ਖੋਪਰੀ ਵਿੱਚ ਪਾਇਆ ਹੈ ਤੇ ਅਤ ਗਲੀਚ ਕੁੱਤੇ ਦਾ ਮਾਸ ਸ਼ਰਾਬ ਵਿੱਚ ਪਾ ਕੇ ਰਿੱਧਾ, ਇਹਨੂੰ ਢੱਕਿਆ ਕਿਉਂ? ਢੱਕੀ ਦਾ ਤੇ ਉਸ ਚੀਜ਼ ਨੂੰ ਜਿਹੜੀ ਬੜੀ ਉੱਚੀ ਹੋਵੇ ਤੇ ਇਹਦੇ ਤੋਂ ਤੇ ਭੈੜੀ ਚੀਜ਼ ਹੀ ਕੋਈ ਨਹੀਂ ਜਿਹੜੀ ਤੂੰ ਲਈ ਜਾਨੀ। ਤੇ ਉਸ ਵੇਸ਼ਵਾ ਨੇ ਹੱਸ ਕੇ ਕਿਹਾ, ਕਹਿਣ ਲੱਗੀ ਠੀਕ ਹੈ, ਮੈਂ ਵੀ ਨੀਚ ਹਾਂ, ਖੋਪਰੀ ਵੀ ਗਲੀਚ ਹੈ, ਮਾਸ ਵੀ ਗਲੀਚ ਹੈ ਤੇ ਸ਼ਰਾਬ ਵੀ ਇਹਦੇ ਵਿੱਚ ਪਿਆ ਹੈ, ਕੱਪੜਾ ਵੀ ਬੜਾ ਗਲੀਚ ਤੇ ਗੰਦਾ ਹੈ, ਪਰ ਸ਼ਾਇਦ ਤੈਨੂੰ ਪਤਾ ਹੋਵੇ ਇਸ ਧਰਤੀ ਤੇ ਇਹਦੇ ਤੋਂ ਵੀ ਇੱਕ ਚੀਜ਼ ਗਲੀਚ, ਇਹਨਾਂ ਸਾਰੀਆਂ ਤੋਂ ਵੀ ਡਿੱਗੀ ਹੋਈ ਨੀਵੀਂ। ਕਹਿਣ ਲੱਗਾ ਉਹ ਕਿਹੜੀ? ਕਹਿਣ ਲੱਗੀ ਉਹ ਹੈ ਅਕਿਰਤ ਘਣ ਬੰਦੇ ਦੀ ਨਜ਼ਰ, ਜਿਹੜਾ ਰੱਬ ਤੋਂ ਇੰਨਾ ਕੁਝ ਲੈ ਕੇ 5 ਮਿੰਟ ਉਹਦਾ ਨਾਮ ਨਹੀਂ ਜਪਦਾ ਸਵੇਰੇ, ਉਹਦੀ ਨਜ਼ਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਗੰਦੀ ਹੈ। ਇਸ ਕਰਕੇ ਮੈਂ ਇਹਨੂੰ ਢੱਕਿਆ ਤਾਂ ਹੈ ਵੀ ਕਿਸੇ ਇਸ ਤਰ੍ਹਾਂ ਦੇ ਬੰਦੇ ਦੀ ਨਜ਼ਰ ਨਾ ਇਹਨੂੰ ਲੱਗ ਜਾਏ, ਉਹ ਇਹਦੇ ਤੋਂ ਵੀ ਨੀਵਾਂ ਹੈ, ਉਹਦੀ ਨਜ਼ਰ ਇੰਨੀ ਭੈੜੀ ਹੈ। ਨਦਰੀ ਪਏ ਅਕਿਰਤ ਘਣ ਮਤ ਹੋਏ ਵਿਨਾਸ਼। ਹੁਣ ਇਹਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਕਿਰਤ ਘਣ ਬੰਦੇ ਦੀ ਦ੍ਰਿਸ਼ਟੀ ਇਹਨਾਂ ਚੀਜ਼ਾਂ ਤੋਂ ਵੀ ਮਾੜੀ ਗਿਣੀ। ਤੇ ਅਕਿਰਤ ਘਣ ਕਿਸ ਨੂੰ ਕਹਿੰਦੇ ਨੇ? ਜਿਹਨੂੰ ਸਹਿਬ ਕਹਿੰਦੇ ਦਾਤ ਪਿਆਰੀ, ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਦਾਤਾਂ ਪਿਆਰੀਆਂ, ਦਾਤਾ ਨਹੀਂ ਪਿਆਰਾ। ਦਾਤਾ ਤੇ ਐਵੇਂ ਇੱਕ ਬੋਲ ਚਾਲ ਬਣ ਗਈ ਸੰਸਾਰ ਦੀ। ਰੱਬ ਤੇ ਸਿਰਫ ਵਿਆਖਿਆਵਾਂ ਵਿੱਚ ਰਹਿ ਗਿਆ, ਕਥਾਵਾਂ ਵਿੱਚ ਰਹਿ ਗਿਆ, ਸਾਜ਼ਾਂ ਵਿੱਚ ਰਹਿ ਗਿਆ, ਇਸ ਤੋਂ ਵੱਧ ਨਹੀਂ। ਜੀਵਨ ਵਿੱਚ ਉਹਨੂੰ ਨਹੀਂ ਆਉਣ ਦਿੱਤਾ ਅਸੀਂ। ਇਸ ਕਰਕੇ ਸਤਿਗੁਰੂ ਕਹਿੰਦੇ ਕਿਰਤ ਘਣ ਨਹੀਂ ਹੋਣਾ ਚਾਹੀਦਾ, ਬੰਦੇ ਨੂੰ ਸ਼ੁਕਰਾਨਾ ਕਰਨਾ ਚਾਹੀਦਾ, ਉਹਦਾ ਨਾਮ ਜਪਣਾ ਚਾਹੀਦਾ। ਭਾਵ ਸਾਰਾ ਇਹਦਾ ਇਸ ਚੀਜ਼ ਤੇ ਆਉਂਦਾ ਕਿ ਇੱਕ ਮਨੁੱਖ ਨੂੰ ਇੰਨਾ ਕੁਝ ਪਾ ਕੇ ਪਰਮਾਤਮਾ ਦਾ ਨਾਮ ਚੇਤੇ ਕਰਨਾ ਚਾਹੀਦਾ ਹੈ, ਉਹਨੂੰ ਯਾਦ ਕਰਨਾ ਚਾਹੀਦਾ, ਮਨਮੁਖ ਨਹੀਂ ਹੋਣਾ ਚਾਹੀਦਾ। ਤਾਂ ਉਹ ਯਾਦ ਨੂੰ ਪੱਕੀ ਕਰਾਉਣ ਵਾਸਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਚਨ ਕਹਿੰਦੇ, ਜੇ ਪ੍ਰਸਾਦ ਆ ਭੂਖਣ ਪਹਿਰੀਜੈ। ਆ ਭੂਖਣ, ਆ ਭੂਖਣ ਦਾ ਮਤਲਬ ਹੈ ਗਹਿਣੇ। ਹੁਣ ਇੱਥੇ ਕਈ ਸੱਜਣ ਕਹਿੰਦੇ ਨੇ ਵੀ ਗਹਿਣੇ ਪਾਉਣੇ ਚਾਹੀਦੇ ਕਿ ਨਹੀਂ। ਜਦੋਂ ਇਹ ਤੁਕ ਲਿਖ ਦਿੱਤੀ ਨਾ ਕਿ ਆ ਭੂਖਣ ਪਹਿਰੀਜੈ, ਜਿਹਦੀ ਕਿਰਪਾ ਨਾਲ ਤੂੰ ਗਹਿਣੇ ਪਾਉਣਾ, ਸੋਨੇ ਦੇ ਜਾਂ ਚਾਂਦੀ ਦੇ ਕੋਈ ਵੀ, ਇਹਦਾ ਅਰਥ ਇਹ ਨਾ ਕੱਢਣਾ ਵੀ ਗੁਰੂ ਸਾਹਿਬ ਕਹਿ ਰਹੇ ਨੇ ਤੂੰ ਗਹਿਣੇ ਪਾਇਆ ਕਰ। ਜਿੰਨਾ ਚਿਰ ਸਾਡੀ ਸਮਝ ਨਹੀਂ ਨਾ ਉੱਚੀ ਹੁੰਦੀ, ਅਸੀਂ ਧਰਮ ਦੇ ਹਰ ਇੱਕ ਉਪਦੇਸ਼ ਦਾ ਅਰਥ ਜਿਹੜਾ ਆਪਣੇ ਮਨ ਦੇ ਅਨੁਸਾਰ ਕੱਢ ਕੇ ਬੈਠ ਜਾਂਦੇ। ਇਹ ਸਾਡੀ ਗਲਤੀ। ਗੁਰੂ ਸਾਹਿਬ ਇੱਥੇ ਇਹ ਨਹੀਂ ਕਹਿ ਰਹੇ ਵੀ ਗਹਿਣੇ ਪਾਓ ਤੇ ਤਾਂ ਸਿੱਖ ਬਣੋਗੇ, ਜਾਂ ਜਿੰਨੀਆਂ ਚੀਜ਼ਾਂ ਵਿੱਚ ਆਉਣਗੀਆਂ ਨਾ ਵੀ ਸੁਗੰਧੀ ਲਾਉਣੀ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਮਰਿਆਦਾ ਲਿਖੀ ਹੋਈ ਹੈ, ਵੇਖੋ ਲਾਓ ਜ਼ਰੂਰ, ਗਹਿਣੇ ਪਾਓ, ਗੁਰੂ ਸਾਹਿਬ ਕਹਿੰਦੇ ਨੇ। ਉਹ ਸਿਰਫ ਇਹ ਕਹਿ ਰਹੇ ਨੇ ਵੀ ਜੇ ਤੂੰ ਪਾਉਣੇ ਨੇ ਉਹ ਵੀ ਤੂੰ ਉਹ ਪਾ ਸਕਣਾ ਜੇ ਪਾਉਣਾ, ਨਹੀਂ ਤੇ ਜਿਹੜਾ ਨਾਮ ਦਾ ਵਪਾਰੀ ਰੱਬ ਦੇ ਪਿਆਰ ਵਾਲਾ ਉਹਨੂੰ ਕੀ ਗਹਿਣਿਆਂ ਨਾਲ। ਚਲੋ ਜੇ ਕਿਸੇ ਦਾ ਮਨ ਨਹੀਂ ਖਲੋਂਦਾ ਹੈ ਤੇ ਰਸ,
ਤੇ ਗੁਰੂ ਸਾਹਿਬ ਨੇ ਇੱਕ ਹੁਕਮ ਕੀਤਾ ਵੀ ਸਿੱਖ ਅਣਵਿੱਧ ਰਵੇ, ਭਾਵ ਉਹ ਨੱਕ ਤੇ ਕੰਨ ਛੇਦ ਕੇ ਗਹਿਣੇ ਨਾ ਪਾਏ, ਇਹਦੇ ਤੇ ਰੋਕ ਲਾਈ ਹੈ। ਦੂਸਰਾ ਖੁੱਲਾ ਛੱਡ ਦਿੱਤਾ, ਉਹਦੇ ਉੱਤੇ ਰੋਕਿਆ ਨਹੀਂ ਤੇ ਨਾ ਕਿਹਾ ਪਾਓ, ਕਿਉਂਕਿ ਇਹ ਚੀਜ਼ਾਂ ਅੰਦਰ ਹੰਕਾਰ ਪੈਦਾ ਕਰਦੀਆਂ ਨੇ, ਮਾਣ ਪੈਦਾ ਕਰਦੀਆਂ। ਤੁਸੀਂ ਵੇਖੋ, ਇਹ ਸਾਨੂੰ ਯਾਦ ਦਿਵਾਉਂਦੀਆਂ ਰਹਿੰਦੀਆਂ ਨੇ ਕਿ ਮੇਰੇ ਕੋਲ ਕੁਝ ਹੈ, ਮੈਂ ਅਮੀਰ ਹਾਂ, ਮੈਂ ਧਨੀ ਹਾਂ। ਆਦਮੀ ਦੀ ਚਾਲ ਬਦਲਦੀ ਏ, ਉਹਦੇ ਵਿੱਚ ਹਉਂ ਦੀ ਇੱਕ ਬਦਬੂ ਆਉਣ ਲੱਗ ਪੈਂਦੀ। ਇਹ ਸਾਰੇ ਰਸ ਨੇ ਜਿਹਨੂੰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਸੇਜਾ ਰਸ ਘੂੜੇ ਮੰਦਰ, ਰਸ ਮੀਠਾ ਰਸ ਮਾਸ। ਕਿੰਨੇ ਰਸ ਨੇ ਸਰੀਰ ਦੇ। ਕਹਿਣ ਲੱਗੇ ਭਾਈ ਦੇਖੋ, ਇਤੇ ਰਸ ਸਰੀਰ ਕੇ, ਜੇ ਕੋਈ ਮਨੁੱਖ ਇੱਕ ਪਾਸੇ ਨਾਮ ਵੀ ਜਪਦਾ ਹੋਵੇ, ਬਾਣੀ ਵੀ ਪੜ੍ਹਦਾ ਹੋਵੇ ਤੇ ਆਪਣੇ ਆਪ ਨੂੰ ਧਰਮੀ ਕਰਨ ਦਾ ਯਤਨ ਕਰੇ, ਜੇ ਇਹਨਾਂ ਰਸਾਂ ਦੇ ਵਿੱਚ ਉਹ ਡਿੱਗਾ ਹੋਇਆ ਤੇ ਫਸਿਆ ਹੈ, ਦੱਸੋ ਨਾਮ ਦਾ ਰਸ ਉਹਦੇ ਵਿੱਚ ਕਿੱਥੇ ਟਿਕੇਗਾ? ਜਿਹੜਾ ਸੋਇਨਾ, ਚਾਂਦੀ, ਪੈਸਾ, ਕਾਮਣ, ਇਸਤਰੀ, ਘੋੜੇ, ਸਵਾਰੀਆਂ ਦੇ ਰਸ ਵਿੱਚ ਪਿਆ ਰਹਿੰਦਾ, ਇਹਨਾਂ ਤੋਂ ਵਰਜਿਆ ਨਹੀਂ। ਸਤਿਗੁਰੂ ਨੇ ਦੂਜੇ ਪਾਸੇ ਇਹ ਵੀ ਬਚਨ ਕੀਤੇ ਕਿ ਜਿਨ੍ਹਾਂ ਦੇ ਅੰਦਰ ਨਾਮ ਵਸ ਗਿਆ, ਉਹਨਾਂ ਦੀਆਂ ਸਾਰੀਆਂ ਚੀਜ਼ਾਂ ਪਵਿੱਤਰ ਨੇ, ਉਹ ਇਹਨਾਂ ਨੂੰ ਵਰਤਦੇ ਨੇ ਲੋੜ ਮੁਤਾਬਕ, ਜਿੰਨੀ ਕੁ ਜ਼ਰੂਰਤ ਹੈ ਉਹਨਾਂ ਕੁ ਵਰਤ ਲੈਂਦੇ ਨੇ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ, ਕਿਸੇ ਵਸਤੂ ਦੇ ਵਿਰੋਧ ਵਿੱਚ ਨਹੀਂ। ਬਸ ਵਿਰੋਧ ਉਦੋਂ ਕਰਦੇ ਨੇ ਜਦੋਂ ਬੰਦਾ ਇਹਨਾਂ ਚੀਜ਼ਾਂ ਨੂੰ ਪਾ ਕੇ ਭੁੱਲ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਪਹਿਲੇ ਸ਼ਬਦ ਵਿੱਚ ਜਦੋਂ ਕਿਹਾ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਉੱਥੇ ਮਕਾਨਾਂ ਦੀ ਗੱਲ ਕੀਤੀ। ਸਿੱਖ ਨੇ ਪੁੱਛਿਆ ਸਤਿਗੁਰੂ ਫਿਰ ਸਿੱਖ ਦਾ ਮਕਾਨ ਨਾ ਹੋਵੇ, ਉਹਦੇ ਕੋਲ ਅਸਵਾਰੀਆਂ ਨਾ ਹੋਣ, ਉਹ ਚੰਗੇ ਵਸਤਰ ਨਾ ਪਾਏ, ਉਹ 36 ਪ੍ਰਕਾਰ ਦੇ ਭੋਜਨ ਨਾ ਖਾਏ, ਤੇ ਸਤਿਗੁਰੂ ਜਵਾਬ ਦਿੰਦੇ ਨੇ, ਕਹਿਣ ਲੱਗੇ ਮੈਂ ਰੋਕਦਾ ਨਹੀਂ, ਸਿੱਖ ਦੇ ਘਰ ਭਾਵੇਂ ਸੋਨੇ ਦੇ ਕਿਉਂ ਨਾ ਹੋਣ, ਪਾਪ ਨਹੀਂ, ਪਰ ਜੇ ਕੋਈ ਘਰ ਦਾ ਮਾਣ ਤੇ ਮੋਹ ਪਾ ਕੇ ਇਹ ਘਟਨਾ ਵਾਪਰ ਜਾਏ, ਜਿਹਨੂੰ ਸਾਹਿਬ ਕਹਿੰਦੇ ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੇ ਨਾਉ। ਕਹਿੰਦੇ ਨੇ ਜਿਹਨੂੰ ਵੇਖਣ ਨਾਲ ਤੈਨੂੰ ਅੰਦਰ ਦਾ ਸੰਤੁਲਨ ਗਵਾਚ ਜਾਂਦਾ, ਰੱਬ ਦੀ ਯਾਦ ਟੁੱਟਦੀ, ਉਹਨੂੰ ਨਾ ਤੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੀ। ਜੇ ਤੇਰੀ ਯਾਦ ਨਹੀਂ ਟੁੱਟਦੀ, ਫਿਰ ਮਾਇਆ ਦੇ ਵਿੱਚ ਤੂੰ ਜਨਕ ਹੋ ਸਕਣਾ, ਪਰ ਹੈ ਔਖਾ ਬਹੁਤ। ਇਸ ਕਰਕੇ ਕਹਿੰਦੇ ਨੇ ਇਹਦੇ ਵਿੱਚ ਰਹਿ ਕੇ ਜਿਹੜੇ ਯਾਦ ਨਾਲ ਜੁੜੇ ਰਹੇ, ਉਹਨਾਂ ਨੂੰ ਇਹ ਚੀਜ਼ਾਂ ਨਹੀਂ ਡੇਗਦੀਆਂ, ਪਰ ਬੜਾ ਮੁਸ਼ਕਲ ਹੈ, ਬਹੁਤ ਔਖਾ ਹੈ। ਇਸ ਕਰਕੇ ਬਹੁਤਾਤਰ 90% ਗੁਰਬਾਣੀ ਵਿੱਚ ਵਿਵਰਜਿਤ ਕੀਤਾ ਗਿਆ, ਰੋਕਿਆ ਗਿਆ ਵੀ ਛੱਡੇਗਾ ਤਾਂ ਤੁਰੇਗਾ। ਪਰ ਕਿਤੇ ਕਿਤੇ ਰਿਆਇਤ ਦਿੱਤੀ, ਜੇ ਤੂੰ ਉੱਚਾ ਉੱਠ ਗਿਆ ਤੇ ਇਹਨਾਂ ਵਸਤੂਆਂ ਨੂੰ, ਮਾਇਆ ਨੂੰ ਜਿੰਨਾ ਮਰਜ਼ੀ ਵਰਤ, ਤੇਰੇ ਤੇ ਪ੍ਰਭਾਵ ਨਹੀਂ ਪਏਗਾ। ਇਸ ਲਈ ਸਤਿਗੁਰੂ ਕਹਿੰਦੇ ਜੇ ਤੇਰੇ ਕੋਲ ਆਭੂਖਣ ਨੇ, ਜੇ ਤੇਰੇ ਕੋਲ ਸੋਨਾ ਹੈ, ਜੇ ਤੇਰੇ ਕੋਲ ਚਾਂਦੀ ਹੈ, ਤੇ ਇਹ ਪ੍ਰਾਪਤ ਕਰਕੇ ਤੂੰ ਇਹ ਸਮਝ, ਜੇ ਪ੍ਰਸਾਦ ਆਭੂਖਣ ਭੈਰੀ ਜਾਏ, ਇਹ ਉਹਦੀ ਬਖਸ਼ਿਸ਼ ਦੁਆਰਾ ਮਿਲੇ ਨੇ, ਤਾਂ ਫਿਰ ਕੀ ਕਰਨਾ ਚਾਹੀਦਾ? ਸਾਹਿਬ ਕਹਿੰਦੇ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਐਸੇ ਰੱਬ ਨੂੰ ਸਿਮਰਦਿਆਂ ਫਿਰ ਤੂੰ ਆਲਸੀ ਹੋ ਜਾਂਦਾ। ਸਾਰੀ ਨੀਂਦ ਉਦੋਂ ਆਉਂਦੀ ਜਦੋਂ ਉਹਦਾ ਸਿਮਰਨ ਕਰਨਾ। ਜੇ ਸਾਰਾ ਦਿਨ ਬਹਿ ਕੇ ਸਾਧ ਸੰਗਤ ਜੀ ਸੰਸਾਰ ਦੀਆਂ ਗੱਲਾਂ ਬਾਤਾਂ ਕਰਦੇ ਰਹੀਏ, ਨਾ ਨੀਂਦ ਨੇੜੇ, ਨਾ ਸਾਨੂੰ ਕੋਈ ਕੰਮ ਹੈ, ਨਾ ਕੋਈ ਹੋਰ ਸਾਡੇ ਜੀਵਨ ਵਿੱਚ ਨੀਂਦ ਭੁੱਖ ਆਉਂਦੀ ਏ, ਪਰ ਜੇ ਥੋੜ੍ਹਾ ਜਿਹਾ ਗੁਰਬਾਣੀ ਵਾਲੇ ਪਾਸੇ ਤੁਰੀਏ, ਸਾਰੀਆਂ ਚੀਜ਼ਾਂ ਵੱਲ ਬੰਦੇ ਦਾ ਧਿਆਨ ਚਲਾ ਜਾਂਦਾ। ਵੀ ਜੇ ਜ਼ਿਆਦਾ ਬੈਠ ਗਿਆ, ਇਹ ਵੀ ਫਿਕਰ ਆ ਜਾਂਦਾ ਵੀ ਬਹੁਤਾ ਚਿਰ ਨਾ ਬਵੀਏ, ਜੇ ਬੈਠ ਗਏ ਤੇ ਥੱਕ ਜਾਵਾਂਗੇ। ਇਹ ਸਾਰੀਆਂ ਚੀਜ਼ਾਂ ਮਨ ਦੀਆਂ ਹੁਜਤਾਂ ਨੇ, ਪਰ ਜਿੱਥੇ ਜਾ ਕੇ ਸਾਧ ਸੰਗਤ ਮਨੁੱਖ ਗੱਲਾਂ ਬਾਤਾਂ ਵਿੱਚ, ਹੋਰ ਚੀਜ਼ਾਂ ਵਿੱਚ ਫਸਦਾ ਹੈ, ਉੱਥੇ ਕਦੀ ਨਹੀਂ ਵਿਚਾਰਦਾ ਮੇਰੇ ਸਰੀਰ ਦੀ એનર્ਜੀ ਖਰਾਬ ਨਾ ਹੋ ਜਾਏ, ਮੈਂ ਥੱਕ ਨਾ ਜਾਵਾਂ। ਇਸ ਕਰਕੇ ਕਹਿੰਦੇ ਆਲਸ ਨਾ ਕਰਿਆ ਕਰ, ਉਦਮ ਕਰਿਆ ਕਰ ਅਕਾਲ ਪੁਰਖ ਦਾ ਸਿਮਰਨ ਕਰਨ ਵਾਸਤੇ।
ਹਜੂਰ ਕਹਿੰਦੇ ਜੇ ਪ੍ਰਸਾਦ ਅਸਵ ਹਸਤ ਅਸਵਾਰੀ, ਜਿਹਦੀ ਕਿਰਪਾ ਦੇ ਨਾਲ ਤੈਨੂੰ ਘੋੜੇ ਤੇ ਹਾਥੀਆਂ ਦੀਆਂ ਸਵਾਰੀਆਂ ਮਿਲੀਆਂ ਨੇ। ਇਹ ਇਉਂ ਕਹੋ ਜਿਵੇਂ ਅੱਜ ਦੇ ਸਮੇਂ ਵਿੱਚ ਕਿਸੇ ਮਨੁੱਖ ਦੇ ਕੋਲ ਬਹੁਤ ਮਹਿੰਗੀਆਂ ਗੱਡੀਆਂ ਨੇ, ਵੱਡੀਆਂ ਵੱਡੀਆਂ ਗੱਡੀਆਂ ਦੇ ਸਫ਼ਰ ਕਰਦਾ ਹੈ। ਇਹ ਨਹੀਂ ਉਹ ਗਲਤ ਨੇ, ਪਰ ਜੇ ਉਹਨਾਂ ਦੇ ਵਿੱਚ ਬੈਠ ਕੇ ਅੱਗੇ ਇੱਕ ਗਰੀਬ ਆਦਮੀ ਸਾਈਕਲ ਤੇ ਤੁਰਿਆ ਜਾਂਦਾ ਹੈ, ਸਾਧ ਸੰਗਤ ਤੁਸੀਂ ਵੇਖਿਆ ਹੋਵੇਗਾ ਕਈ ਗਰੀਬ ਆਦਮੀ ਵਿਚਾਰੇ ਸਾਰਾ ਦਿਨ ਸੜਕ ਤੇ ਖੜੇ ਰਹਿੰਦੇ, ਕੋਈ ਸਾਈਡ ਨਹੀਂ ਦਿੰਦਾ ਉਹਨੂੰ, ਉਹ ਲੰਘ ਨਹੀਂ ਸਕਦੇ। ਉਹਨਾਂ ਦੀ ਪਰਵਾਹ ਨਾ ਕਰਨੀ, ਉਹਨਾਂ ਨੂੰ ਬਚਾਉਣ ਦਾ ਯਤਨ ਨਾ ਕਰਨਾ, ਇਹ ਉਹਦੀਆਂ ਮਿਲੀਆਂ ਹੋਈਆਂ ਦਾਤਾਂ ਦੀ ਦੁਰਵਰਤੋਂ ਹੈ। ਪਰ ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ, ਉਹ ਉਹਨਾਂ ਨੀਵੇਂ ਪੱਧਰ ਤੇ ਮਾਇਕ ਤੌਰ ਤੇ ਜਿਹੜੇ ਲੋਕ ਜਿਉਂਦੇ ਨੇ ਉਹਨਾਂ ਦਾ ਵੀ ਖਿਆਲ ਰੱਖਦੇ ਨੇ। ਉਹ ਕੌਣ ਨੇ ਜਿਹੜੇ ਇਹ ਸਾਰੀਆਂ ਚੀਜ਼ਾਂ ਉਹਦੀ ਬਖਸ਼ਿਸ਼ ਸਮਝਦੇ ਨੇ? ਤਾਂ ਸਾਹਿਬ ਕਹਿੰਦੇ ਜੇ ਤੇਰੇ ਕੋਲ ਅਸਵਾਰੀ ਹੈ ਤੇ ਉਹਨੂੰ ਤੂੰ ਨਾਮ ਵਾਸਤੇ ਵਰਤ ਸਕਣਾ। ਜਿੰਨਾ ਚਿਰ ਤੂੰ ਉਹਦੇ ਵਿੱਚ ਸਫ਼ਰ ਕਰੇ, ਕੀ ਕਰਨਾ ਚਾਹੀਦਾ ਹੈ? ਸਾਹਿਬ ਕਹਿੰਦੇ ਮਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੀ। ਜਿਹੜੇ ਅਕਾਲ ਪੁਰਖ ਦੇ ਪਿਆਰੇ ਨੇ, ਗੁਰਸਿੱਖ ਗੁਰਮੁਖ ਨੇ, ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਗੱਡੀਆਂ ਵਿੱਚ ਬੈਠ ਕੇ ਬਾਣੀ ਪੜ੍ਹਦੇ ਨੇ। ਉਹ ਗੱਡੀ ਵਿੱਚ ਬੈਠ ਕੇ ਵੀ ਸਿਮਰਨ ਕਰਦੇ ਰਹਿੰਦੇ ਨੇ। ਇਸ ਤਰ੍ਹਾਂ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਤੇ ਦਾਤ ਜਿਹੜੀ ਇਹ ਦਾਤੇ ਨਾਲ ਜੋੜ ਦਿੰਦੀ ਹੈ। ਹਜ਼ੂਰ ਕਹਿੰਦੇ ਜੇ ਪ੍ਰਸਾਦ, ਵਾਰ-ਵਾਰ ਪ੍ਰਸਾਦ ਸ਼ਬਦ ਆਵੇਗਾ। ਪ੍ਰਸਾਦ ਦੇ ਅਰਥ ਨੇ ਕਿਰਪਾ, ਪ੍ਰਸਾਦ ਦੇ ਅਰਥ ਨੇ ਬਖਸ਼ਿਸ਼। ਕਹਿੰਦੇ ਜੇ ਪ੍ਰਸਾਦ ਤੈਨੂੰ ਦਾਨ ਮਿਲਿਆ, ਰਹਿਮਤ ਮਿਲੀ, ਜੇ ਪ੍ਰਸਾਦ ਬਾਗ ਮਿਲਖ ਧਨਾ, ਜਿਹਦੀ ਕਿਰਪਾ ਨਾਲ ਤੇਰੇ ਕੋਲ ਬਾਗ ਬਗੀਚੇ ਆਦਿਕ ਬਹੁਤ ਤੇਰੇ ਕੋਲ ਵਰਤਣ ਵਾਸਤੇ ਵਸਤੂਆਂ ਨੇ, ਭਾਵ ਅਮੀਰੀ ਹੈ, ਉਹਨੂੰ ਤੂੰ ਯਾਦ ਕਰ। ਕੀ ਕਰਨਾ ਚਾਹੀਦਾ ਹੈ? ਹਜ਼ੂਰ ਕਹਿੰਦੇ ਰਾਖ ਪਰੋਏ ਪ੍ਰਭ ਆਪਣੇ ਮਨਾ। ਆਪਣੇ ਮਨ ਵਿੱਚ ਐਸੇ ਰੱਬ ਨੂੰ ਪਰੋ ਕੇ ਰੱਖ। ਪਰੋਣ ਦਾ ਮਤਲਬ ਜਿਵੇਂ ਇੱਕ ਕੱਪੜੇ ਵਿੱਚ ਦੂਸਰਾ ਆਪਾਂ ਕੋਈ ਫੁੱਲ ਆਦਿਕ ਬਣਾਉਂਦੇ ਆ, ਉਹਨੂੰ ਕਹਿੰਦੇ ਆ ਵੀ ਸੂਈ ਤੇ ਧਾਗੇ ਨਾਲ ਪਰੋ ਦਿੱਤਾ, ਵਿੱਚ ਜੋੜ ਦਿੱਤਾ, ਉਹਦੇ ਨਾਲ ਇਕੱਠਾ ਕਰ ਦਿੱਤਾ। ਕਹਿੰਦੇ ਨੇ ਮਨ ਦੇ ਉੱਤੇ ਨਾਮ ਨੂੰ ਪਰੋ ਕੇ ਰੱਖ। ਜਿਵੇਂ ਕਬੀਰ ਸਾਹਿਬ ਨੇ ਇੱਕ ਬਚਨ ਕੀਤਾ ਹੈ ਨਾ, ਵੀ ਮੈਂ ਆਪਣੇ ਸਾਰੇ ਸਰੀਰ ਤੇ ਨਾਮ ਲਿਖ ਲਿਆ। ਉਹਨਾਂ ਨੂੰ ਕਿਸੇ ਪੁੱਛਿਆ ਕਿ ਕਬੀਰ ਸਾਹਿਬ ਆਪ ਜੀ ਕਿਵੇਂ ਨਾਮ ਜਪਦੇ ਹੋ, ਕਿਹੜਾ ਤਰੀਕਾ ਤੁਹਾਡੇ ਕੋਲ? ਤੇ ਹਜ਼ੂਰ ਸੱਚੇ ਪਾਤਸ਼ਾਹ ਭਗਤ ਜੀ ਨੇ ਬਚਨ ਕੀਤੇ, ਕਹਿਣ ਲੱਗੇ ਬੁਣਨਾ ਤਣਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਸਾਰੇ ਸਰੀਰ ਤੇ ਨਾਮ ਲਿਖ ਲਿਆ। ਇਹ ਨਹੀਂ ਕਿ ਉਹਨਾਂ ਨੇ ਪੈਨ ਲੈ ਕੇ ਜਾਂ ਕੋਈ ਕਲਮ ਲੈ ਕੇ ਆਪਣੇ ਸਰੀਰ ਤੇ ਨਾਮ ਲਿਖਿਆ, ਇਸ ਤਰ੍ਹਾਂ ਨਹੀਂ। ਉਹਨਾਂ ਦਾ ਸਾਰਾ ਸਰੀਰ ਦਾ ਧਿਆਨ ਨਾਮ ਵਿੱਚ ਰਿਹਾ। ਤੇ ਜਿਹੜੀ ਚੀਜ਼ ਦਾ ਧਿਆਨ ਬਹੁਤਾ ਕਰੀਓ, ਇੰਜ ਲੱਗਦਾ ਆਪਣੇ ਸਰੀਰ ਤੇ ਇਕੱਠੀ ਹੋ ਗਈ ਸਾਰੀ। ਇਸ ਤਰ੍ਹਾਂ ਉਹਨਾਂ ਨੇ ਇੰਨਾ ਸਿਮਰਨ ਕੀਤਾ, ਇੰਨਾ ਨਾਮ ਜਪਿਆ ਕਿ ਇਉਂ ਲੱਗਾ ਉਹਨਾਂ ਨੂੰ ਆਪਣੇ ਸਰੀਰ ਤੇ ਲਿਖਿਆ ਗਿਆ। ਇਸ ਤਰ੍ਹਾਂ ਪਰੋਣ ਦੀ ਗੱਲ ਕਰ ਰਹੇ ਨੇ। ਰਾਖ ਪਰੋਏ ਪ੍ਰਭ ਆਪਣੇ ਮਨਾ। ਫਿਰ ਹਜ਼ੂਰ ਕਹਿੰਦੇ ਜਿਨ ਤੇਰੀ ਮਨ ਬਨਤ ਬਣਾਈ। ਜਿੱਥੇ ਅਕਾਲ ਪੁਰਖ ਨੇ ਬੰਦੇ ਦਾ ਸਰੀਰ ਬਣਾਇਆ ਹੈ, ਇਹ ਬੜੀ ਔਖੀ ਗੱਲ ਹੈ। ਪਰ ਸਾਧ ਸੰਗਤ ਜੀ, ਸਰੀਰ ਬਣਾਉਣਾ ਇੱਕ ਅਸਥੂਲ ਕਿਰਿਆ ਹੈ, ਇਹ ਇੱਕ ਮਟੀਰੀਅਲ ਹੈ, ਜੋੜ ਕੇ ਬਣਾ ਦਿੱਤਾ ਹੈ। ਤਾਂ ਇਹ ਵੀ ਔਖਾ, ਪਰ ਸਭ ਤੋਂ ਔਖੀ ਜਿਹੜੀ ਇਹਦੇ ਅੰਦਰ ਅੰਤਿਸ਼ਕਰਨ ਰੱਖਿਆ, ਮਨ ਰੱਖਿਆ ਤੇ ਮਨ ਨੂੰ ਸਰੀਰ ਨਾਲ ਕਨੈਕਸ਼ਨ ਕੀਤਾ ਹੈ, ਬਹੁਤ ਬਰੀਕੀ ਵਾਲੀ ਗੱਲ ਹੈ, ਕੋਈ ਸੌਖਾ ਨਹੀਂ। ਵੇਖੋ ਇੱਕ ਮਨ, ਆਪਾਂ ਇੱਥੇ ਬੈਠੇ ਹਾਂ, ਆਪਾਂ ਸੁਣ ਵੀ ਰਹੇ ਹਾਂ, ਵਿੱਚੋਂ ਵਿੱਚ ਮਨ ਕਈ ਚੀਜ਼ਾਂ ਦਾ ਚਿਤਰਨ ਕਰ ਰਿਹਾ, ਬਣਾ ਰਿਹਾ, ਕੱਲ੍ਹ ਕੀ ਕਰਨਾ ਹੈ, ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ। ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਮਨ ਦੀ ਬਣਤ ਵਾਹਿਗੁਰੂ ਨੇ ਬਣਾਈ, ਬਹੁਤ ਔਖਾ ਕੰਮ ਹੈ। ਮਨ ਨੂੰ ਸੰਤੁਲਿਤ ਕਰਨਾ, ਮਨ ਨੂੰ ਸਮਝ ਦੇਣੀ, ਇਹ ਸਭ ਤੋਂ ਔਖਾ ਕੰਮ ਸੀ। ਕਹਿਣ ਲੱਗੇ ਜਿਹਨੇ ਤੇਰੇ ਮਨ ਦੀ ਬਣਤ ਬਣਾਈ ਹੈ, ਤੇਰੇ ਮਨ ਦਾ ਸਰੂਪ ਘੜਿਆ ਹੈ, ਇਹਦੇ ਵਿੱਚ ਕਈ ਪ੍ਰਕਾਰ ਦੀ ਸਮਝ ਪਾਈ ਏ, ਸੋਚ ਪਾਈ ਏ। ਤੇਰੇ ਮਨ ਨੂੰ ਅੰਦਰੋਂ ਪਤਾ ਲੱਗ ਜਾਂਦਾ, ਹੁਣ ਤੈਨੂੰ ਭੁੱਖ ਲੱਗੀ, ਹੁਣ ਤੈਨੂੰ ਪਿਆਸ ਲੱਗੀ, ਹੁਣ ਤੈਨੂੰ ਨੀਂਦ ਆ ਗਈ,
ਹੁਣ ਤੇਰੇ ਸਰੀਰ ਵਿੱਚ ਕਿਤੇ ਰੋਗ, ਥੋੜਾ ਜਿਹਾ ਬੁਖਾਰ ਲੱਗਦਾ ਜਾਂ ਦਰਦ ਲੱਗਦੀ, ਇਹਨਾਂ ਸਾਰੀਆਂ ਚੀਜ਼ਾਂ ਦੀ ਸੂਚਨਾ ਕਿੱਥੋਂ ਮਿਲਦੀ ਹੈ? ਬੜਾ ਬਰੀਕ ਵਿਸ਼ਾ ਹੈ। ਕਿਵੇਂ ਬਣਾਇਆ ਅਕਾਲ ਪੁਰਖ ਨੇ, ਜੋੜ ਦਿੱਤਾ, ਸਾਰੇ ਸਰੀਰ ਨੂੰ ਇੱਕ ਥਾਂ ਤੇ ਜੋੜ ਦਿੱਤਾ। ਇਸ ਤਰ੍ਹਾਂ ਕਹਿੰਦੇ, ਜਿਸ ਅਕਾਲ ਪੁਰਖ ਨੇ ਤੇਰੇ ਮਨ ਦੀ ਬਣਤ ਬਣਾਈ, ਊਠਤ ਬੈਠਤ ਸਦ ਤਿਸੈ ਧਿਆਈ। ਉੱਠਦਿਆਂ ਤੇ ਬਹਿੰਦਿਆਂ ਨਿਰੰਤਰ ਉਹਨੂੰ ਆਪਣੇ ਧਿਆਨ ਦੇ ਵਿੱਚ ਲਗਾਤਾਰ ਚੇਤੇ ਕਰਦੇ ਰਹਿਣਾ ਚਾਹੀਦਾ, ਆਪਣੇ ਧਿਆਨ ਦੇ ਵਿੱਚ ਟਿਕਾਉਣਾ ਚਾਹੀਦਾ। ਕਹਿਣ ਲੱਗੇ, ਊਠਤ ਬੈਠਤ ਸਦ ਤਿਸੈ ਧਿਆਈ। ਹਜ਼ੂਰ ਕਹਿੰਦੇ, ਤਿਸੈ ਧਿਆਏ ਜੋ ਏਕ ਅਲਖ ਹੈ। ਹੁਣ ਇੱਥੇ ਥੋੜਾ ਜਿਹਾ ਸਤਿਗੁਰੂ ਨੇ ਇੱਕ ਨੁਕਤਾ ਦਿੱਤਾ ਜਿਹੜਾ ਕਰਨ ਵਿੱਚ ਬਹੁਤ ਔਖਾ। ਤਿਸੈ ਧਿਆਏ, ਧਿਆਨ ਉਹਦਾ ਕਰ ਜੋ ਏਕ, ਜਿਹੜਾ ਇੱਕ ਹੈ, ਤੇ ਅਲਖ ਹੈ। ਅਲਖ ਹੈ ਦਾ ਅਰਥ ਹੈ ਜਿਹਨੂੰ ਲਖਿਆ ਨਹੀਂ ਜਾ ਸਕਦਾ, ਜਿਹਨੂੰ ਵੇਖਿਆ ਨਹੀਂ ਜਾ ਸਕਦਾ, ਬੜਾ ਔਖਾ ਹੈ। ਸਾਧ ਸੰਗਤ ਜੀ, ਧਿਆਨ ਤੇ ਉਹਦਾ ਕਰੀਦਾ ਜਿਹੜਾ ਵੇਖਣ ਵਿੱਚ ਆਵੇ। ਸਾਰੀਆਂ ਚੀਜ਼ਾਂ ਨੂੰ ਅਸੀਂ ਵੇਖ ਸਕਨੇ ਹਾਂ, ਇੱਕ ਵਾਰੀ ਵੇਖ ਲੈਂਦੇ ਹਾਂ, ਫਿਰ ਉਹਦੀ ਤਸਵੀਰ ਸਾਡੇ ਮਨ ਵਿੱਚ ਆ ਜਾਂਦੀ, ਫਿਰ ਵਾਰ-ਵਾਰ ਅਸੀਂ ਉਹਨੂੰ ਧਿਆਨ ਵਿੱਚ ਲਿਆ ਸਕਨੇ। ਕੋਈ ਵੀ ਚੀਜ਼, ਸਾਡਾ ਮਕਾਨ ਹੈ, ਸਾਡਾ ਘਰ ਹੈ, ਜਾਂ ਸਾਡੇ ਕੋਈ ਭੈਣ ਭਰਾ ਹਨ, ਉਹਨਾਂ ਦੇ ਚਿਹਰੇ ਮੂਹਰੇ ਸਾਡੇ ਵਿੱਚ ਕਿਉਂ ਘੁੰਮਦੇ ਨੇ? ਕਿਉਂਕਿ ਉਹਨਾਂ ਨੂੰ ਅਸੀਂ ਵੇਖਿਆ। ਵੇਖਣ ਤੋਂ ਬਾਅਦ ਉਹਦਾ ਧਿਆਨ ਕਰ ਸਕਨੇ ਹਾਂ। ਪਰ ਇੱਥੇ ਕਿਹਾ ਵੀ ਧਿਆਨ ਉਹਦਾ ਕਰ ਜਿਹੜਾ ਅਲਖ ਹੈ, ਜਿਹੜਾ ਵੇਖੇ ਕੋਈ ਨਹੀਂ ਪਹਿਲਾਂ। ਉਹਦਾ ਧਿਆਨ ਕਿਵੇਂ ਕਰੀਏ? ਕਿਉਂਕਿ ਵੇਖਣ ਤੋਂ ਬਿਨਾਂ ਧਿਆਨ ਨਹੀਂ ਲੱਗਦਾ। ਤਾਂ ਸਤਿਗੁਰੂ ਨੇ ਸਾਨੂੰ ਸਭ ਤੋਂ ਸੌਖਾ ਇੱਕ ਦਾਤ ਦਿੱਤੀ, ਗੁਰਬਾਣੀ। ਗੁਰਬਾਣੀ ਜਿਹੜੀ ਹੈ, ਨਾਮ ਜਿਹੜਾ ਹੈ, ਸ਼ਬਦ ਜਿਹੜਾ ਹੈ, ਇਹਦੇ ਵਿੱਚ ਦੋਵੇਂ ਗੁਣ ਨੇ। ਇਹ ਦਿਸਣ ਵਿੱਚ ਵੀ ਆਉਂਦਾ ਹੈ ਤੇ ਦਿਸਦਾ ਵੀ ਹੈ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਗੁਟਕਾ ਸਾਹਿਬ ਤੋਂ ਬਾਣੀ ਪੜ੍ਹਦੇ ਹਾਂ ਉਦੋਂ ਦਿਸਦਾ ਹੈ, ਪਰ ਜਦੋਂ ਅਸੀਂ ਉਸ ਬਾਣੀ ਨੂੰ ਬੋਲਦੇ ਹਾਂ, ਉਹ ਸ਼ਬਦ ਬਣਦਾ, ਸਾਊਂਡ ਬਣਦਾ, ਆਵਾਜ਼ ਬਣਦੀ ਹੈ, ਤੇ ਆਵਾਜ਼ ਸਾਨੂੰ ਦਿਸਣ ਵਿੱਚ ਨਹੀਂ ਆਉਂਦੀ, ਉਹ ਅਦ੍ਰਿਸ਼ਟ ਹੋ ਜਾਂਦੀ ਹੈ, ਅਲੱਖ ਹੋ ਜਾਂਦੀ ਹੈ। ਸ਼ਬਦ ਦੀ ਆਵਾਜ਼ ਕਦੀ ਕਿਸੇ ਵੇਖੀ ਨਹੀਂ ਅੱਜ ਤੱਕ, ਸਿਰਫ ਸੁਣੀ ਜਾ ਸਕਦੀ, ਉਹਨੂੰ ਦੇਖਿਆ ਨਹੀਂ ਜਾ ਸਕਦਾ। ਤੇ ਸਤਿਗੁਰੂ ਇੱਥੇ ਦੱਸ ਰਹੇ ਨੇ, ਸਿੱਖ ਨੇ ਧਿਆਨ ਕਿਸ ਚੀਜ਼ ਦਾ ਕਰਨਾ ਹੈ? ਧਿਆਨ ਉਹਦਾ ਕਰਨਾ ਹੈ ਜੋ ਦਿਸਦੀ ਨਹੀਂ ਚੀਜ਼। ਜੋ ਦਿਸਦੀ ਹੈ ਉਹ ਤੇ ਸਾਹਮਣੇ ਮਨੁੱਖ ਨੇ, ਸੰਸਾਰ ਹੈ। ਫਿਰ ਸ਼ਬਦ ਦਿਸਦੇ ਨੇ, ਸ਼ਬਦਾਂ ਦਾ ਆਕਾਰ ਹੈ, ਅੱਖਰੀ ਜਿਹੜਾ ਨਾਮ ਦਿਸਣ ਵਿੱਚ ਆਉਂਦਾ ਹੈ। ਸਿੱਖ ਧਿਆਨ ਕਿਹਦਾ ਕਰੇ? ਸ਼ਬਦ ਨੂੰ ਪੜ੍ਹੇ, ਨਾਮ ਨੂੰ ਬੋਲੇ, ਤੇ ਜਦੋਂ ਬੋਲਦਾ ਤੇ ਜਿਹੜੀ ਆਵਾਜ਼ ਉਹਦੇ ਅੰਦਰੋਂ ਆਉਂਦੀ ਹੈ ਨਾ, ਉਹ ਆਵਾਜ਼ ਦੀ ਅੱਜ ਤੱਕ ਕਿਸੇ ਨੇ ਤਸਵੀਰ ਨਹੀਂ ਬਣਾਈ। ਤਿਸੈ ਧਿਆਏ ਜੋ ਏਕ ਅਲਖ ਹੈ, ਉਹ ਅਲਖ ਦਿਸਣ ਤੋਂ ਬਿਨਾਂ ਹੈ। ਧਿਆਨ ਉਸੇ ਦਾ ਸਿੱਖ ਨੇ ਕਰਨਾ ਹੈ। ਹਜ਼ੂਰ ਕਹਿੰਦੇ, ਤਿਸੈ ਧਿਆਏ ਜੋ ਏਕ ਅਲਖ ਹੈ, ਤੇ ਉਹ ਕੀ ਕਰੇਗਾ? ਸਾਹਿਬ ਕਹਿੰਦੇ, ਇਹਾਂ ਉਹਾਂ ਨਾਨਕ ਤੇਰੀ ਰੱਖੈ। ਉਹਦੇ ਵਿੱਚ ਇੱਕ ਸਮਰੱਥਾ ਹੈ, ਜਿਹੜਾ ਤੇਰੀ ਇੱਥੇ ਵੀ ਇੱਜ਼ਤ ਰੱਖੇਗਾ ਤੇ ਪਰਲੋਕ ਵਿੱਚ ਵੀ ਤੇਰੀ ਇੱਜ਼ਤ ਰੱਖੇਗਾ। ਕਿਉਂਕਿ ਅਸੀਂ ਬਹੁਤਾ ਉਪਰਾਲਾ ਇੱਥੋਂ ਦਾ ਕਰਨੇ ਆ। ਧਿਆਨ ਦੇਣਾ ਜਨਮ ਤੋਂ ਲੈ ਕੇ ਸਾਡਾ ਯਤਨ ਰਹਿੰਦਾ ਹੈ। ਜਨਮ ਤੋਂ ਲੈ ਕੇ ਅਸੀਂ ਇਸੇ ਉੱਤੇ ਜ਼ੋਰ ਦਿੰਦੇ ਹਾਂ ਵੀ ਇਸ ਜਗਤ ਦੇ ਵਿੱਚ ਸਾਡੀ ਇੱਜ਼ਤ ਰਹਿ ਜਾਏ, ਸਾਡੀ ਬਾਣ ਆ ਜਾਏ, ਅਸੀਂ ਸੰਸਾਰ ਦੇ ਵਿੱਚ ਆਪਣਾ ਆਪ ਬਚਾ ਸਕੀਏ, ਸਾਡਾ ਨਾਮ ਬਣ ਜਾਏ। ਪਰ ਗੁਰੂ ਕੇ ਸਵਾਰਿਓ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਇੱਥੇ ਤਾਂ ਤੂੰ ਇੱਜ਼ਤ ਬਚਾਏਂਗਾ ਆਪਣੇ ਯਤਨ ਦੇ ਨਾਲ, ਪਰ ਜਿੱਦਣ ਇਹ ਸਰੀਰ ਛੁੱਟ ਗਿਆ, ਉੱਥੇ ਫਿਰ ਕਿਵੇਂ ਇੱਜ਼ਤ ਬਚਾਏਂਗਾ ਉਸ ਦੁਨੀਆ ਵਿੱਚ, ਜਿੱਥੇ ਤੇਰਾ ਕੋਈ ਸਹਾਇਕ ਨਹੀਂ, ਕੋਈ ਸਾਥੀ ਨਹੀਂ। ਉੱਥੋਂ ਵਾਸਤੇ ਕੋਈ ਸਹਾਇਕ ਲੱਭ ਜਿਹੜਾ ਤੇਰੀ ਉਸ ਦੁਨੀਆ ਵਿੱਚ ਇੱਜ਼ਤ ਬਚਾ ਸਕੇ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇੱਕ ਐਸਾ ਕੱਪੜਾ ਹੈ ਜਿਹੜਾ ਮਨੁੱਖ ਦਾ ਇੱਥੇ ਵੀ ਪਰਦਾ ਢੱਕ ਲੈਂਦਾ ਹੈ ਤੇ ਪਰਲੋਕ ਵਿੱਚ ਵੀ ਪਰਦਾ ਢੱਕ ਲਏਗਾ। ਉਹ ਬਚਨ ਕੀਤੇ, ਕਹਿਣ ਲੱਗੇ, ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੋ ਪਤ ਮੇਰੀ। ਪਟੋਲਾ ਦੇ ਅਰਥ ਨੇ ਕੱਪੜਾ। ਹੁਣ ਪ੍ਰੇਮ ਦਾ ਕੱਪੜਾ, ਯਾਨੀ ਕਿ ਜਿਹਦੇ ਵਿੱਚ ਪ੍ਰੇਮ ਗਹਿਰਾ ਹੋ ਜਾਏਗਾ ਨਾ, ਉਹਨੂੰ ਸਮਝੋ ਇੱਕ ਐਸਾ ਕੱਪੜਾ ਮਿਲ ਗਿਆ, ਹਰ ਥਾਂ ਤੇ ਪ੍ਰੇਮ ਉਹਦੀ ਇੱਜ਼ਤ ਢੱਕ ਲਏਗਾ।
क्योंकि प्रेम सब तो श्रोमणी गुण है, वड्डा है, ਉਹਦੇ ਅਧੀਨ ਸਾਰੇ ਹੀ ਗੁਣ ਆ ਜਾਂਦੇ ਨੇ। ਇਸ ਕਰਕੇ ਕਹਿੰਦੇ ਇਹਾਂ ਉਹਾਂ ਨਾਨਕ ਤੇਰੀ ਰੱਖੈ। ਫਿਰ ਕਹਿੰਦੇ ਜਿਹ ਪ੍ਰਸਾਦ ਕਰਹਿ ਪੁੰਨ ਬਹੁਦਾਨ। ਜੋ ਅਸੀਂ ਪੁੰਨ ਤੇ ਦਾਨ ਕਰਨੇ ਆ, ਜੋ ਧਰਮ ਹਿੱਤ ਜਾਂ ਆਪਾਂ ਧਾਰਮਿਕ ਦੁਨੀਆ ਵਿੱਚ ਕੁਝ ਦੇਣੇ ਆ, ਦਸਵੰਧ ਆਦਿਕ, ਉਹ ਕਿੱਥੋਂ ਲਿਆਂਦਾ ਗਿਆ? ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਅਸੀਂ ਕਹਿੰਦੇ ਆ ਗੁਪਤ ਦਾਨ। ਦਾਨ ਵੈਸੇ ਹੁੰਦਾ ਹੀ ਉਹ ਹੈ ਜੋ ਭੁੱਲ ਜਾਏ ਬੰਦਾ ਦੇ ਕੇ। ਦਾਨ ਕਾਹਦਾ? ਕਿੱਥੋਂ ਅਸੀਂ ਦੇ ਰਹੇ ਹਾਂ? ਅਸੀਂ ਕਿੱਥੋਂ ਉਹਨੂੰ ਪੈਦਾ ਕੀਤਾ ਹੈ? ਕਿਤਿਓਂ ਵੀ ਤੇ ਬਣਾਇਆ ਨਹੀਂ। ਸਰੀਰ ਵੀ ਤੇ ਸਾਨੂੰ ਉਧਾਰ ਮਿਲਿਆ, ਸਾਰਾ ਕੁਝ ਦਾਨ। ਵੈਸੇ ਦਾਨ ਸ਼ਬਦ ਜਿਹੜਾ ਹੈ, ਸਾਧ ਸੰਗਤ, ਦਾਨ ਸਿਰਫ ਪਰਮਾਤਮਾ ਕਰ ਸਕਦਾ ਹੈ, ਦਾਨ ਸਿਰਫ ਗੁਰੂ ਕਰ ਸਕਦਾ ਹੈ, ਤੇ ਸਿਰਫ ਗੁਰੂ ਕੇ ਪਿਆਰੇ ਕਰ ਸਕਦੇ ਨੇ। ਦਾਨ ਉਹ ਚੀਜ਼ ਹੁੰਦੀ ਹੈ ਜਿਹੜੀ ਕਿਸੇ ਨੂੰ ਦਿੱਤੀ ਵੀ ਜਾਏ ਪਰ ਉਹਦੇ ਤਬਾਦਲੇ ਵਿੱਚ ਮੰਗਿਆ ਕੁਝ ਨਾ ਜਾਏ। ਸਾਡੀ ਤੇ ਆਦਤ ਇਹ ਹੈ, ਦੇਣ ਵਾਲਾ ਦਿੰਦਾ ਹੈ ਤੇ ਅਸੀਂ ਕਬਜ਼ਾ ਕਰ ਕਰਕੇ ਬੈਠ ਜਾਂਦੇ ਹਾਂ। ਦਿੰਦਾ ਉਹ ਹੈ, ਦੇਣ ਵਾਲਾ ਅਕਾਲ ਪੁਰਖ ਹੈ। ਆਪਾਂ ਕੋਈ ਕਮਾਇਆ ਵੀ ਨਹੀਂ, ਕੁਝ ਕੀਤਾ ਵੀ ਨਹੀਂ, ਆਪਣੇ ਕਰਮ ਵੀ ਐਡੇ ਵੱਡੇ ਨਹੀਂ, ਪਰ ਜੋ ਕੁਝ ਉਹਨੇ ਬਖਸ਼ਿਸ਼ ਵਿੱਚ ਕੀਤਾ ਉਹ ਅਸੀਂ ਆਪਣਾ ਸਮਝ ਕੇ ਉਹਨੂੰ ਜਫਾ ਮਾਰ ਕੇ ਬੈਠ ਗਏ। ਸੱਚੇ ਪਾਤਸ਼ਾਹ ਜੀ ਇੱਕ ਬਚਨ ਕਹਿੰਦੇ, ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿੱਤ ਖਸਮਾਰੇ। ਇਹ ਕਿਤੇ ਨਾ ਕਿਤੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ। ਮੈਂ ਛੋਟੀ ਜਿਹੀ ਇਤਿਹਾਸ ਦੀ ਘਟਨਾ ਸਾਂਝੀ ਕਰਦਿਆਂ ਆਪ ਜੀ ਦੇ ਨਾਲ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਵੇਲੇ ਅੰਮ੍ਰਿਤਸਰ ਸਾਹਿਬ ਵਿੱਚ ਬਖਸ਼ਿਸ਼ਾਂ ਕਰ ਰਹੇ ਸਨ, ਬਹੁਤ ਸਾਰੀਆਂ ਸੰਗਤਾਂ ਆਉਂਦੀਆਂ, ਬਹੁਤ ਸਾਰੀ ਸੰਗਤ ਦਰਸ਼ਨ ਕਰਦੀ। ਇੱਕ ਦਿਨ ਕਾਬਲ ਤੋਂ ਤੁਰ ਕੇ, ਕਿਉਂਕਿ ਉਦੋਂ ਸਾਧਨ ਨਹੀਂ ਸਨ, ਹੁਣ ਤਾਂ ਆਪਾਂ ਗੱਡੀਆਂ ਤੇ ਕਿਸੇ ਅਸਵਾਰੀਆਂ ਤੇ ਆਉਂਦੇ, ਫਿਰ ਵੀ ਸਾਨੂੰ ਥਕਾਵਟ ਹੁੰਦੀ ਵੀ ਕੁਝ ਨਾ ਕੁਝ ਆ ਕੇ ਛਕੀਏ। ਤੁਰ ਕੇ ਸੰਗਤ ਆਈ ਕਿਤੇ, ਇੱਕ ਪੜਾਅ ਸੀ, 20-30 ਮੀਲ ਰੋਜ਼ ਤੁਰਦੇ ਸਨ। ਅੰਮ੍ਰਿਤਸਰ ਸਾਹਿਬ ਆਏ, ਸ਼ਾਮ ਦਾ ਵਕਤ ਸੀ, ਬਾਹਰ ਸਤਿਗੁਰੂ ਬੈਠੇ ਨੇ ਦੀਵਾਨ ਵਿੱਚ, ਵਾਰਤਾ ਹੋ ਰਹੀ। ਸੰਗਤ ਆਈ, ਉਹਨਾਂ ਨੇ ਨਮਸਕਾਰ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਗੁਰਸਿੱਖਾਂ ਦੇ ਚਿਹਰੇ ਵੱਲ ਵੇਖਿਆ ਵੀ ਥੱਕੇ ਹੋਏ ਨੇ ਤੇ ਨਾਲ ਇਹਨਾਂ ਨੂੰ ਭੁੱਖ ਲੱਗੀ ਹੈ। ਤੇ ਗੁਰੂ ਕਹਿੰਦੇ ਸਿੱਖ ਦੀ ਮਾਂ ਹੁੰਦਾ ਹੈ। ਸੱਚ ਜਾਣੋ, ਜੇ ਸਿੱਖ ਗੁਰੂ ਨਾਲ ਪਿਆਰ ਕਰੇ ਨਾ ਤੇ ਜੋ ਕੁਝ ਸਿੱਖ ਨੂੰ ਚਾਹੀਦਾ ਉਹਨੂੰ ਕਹਿਣਾ ਨਹੀਂ ਪੈਂਦਾ, ਗੁਰੂ ਨੂੰ ਆਪੇ ਪਤਾ ਲੱਗ ਜਾਂਦਾ ਹੈ। ਉਹ ਆਪ ਸੋਚਦਾ ਇਹਨੂੰ ਮੈਂ ਦਿਆਂ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਸਿੱਖਾਂ ਵੱਲ ਵੇਖਿਆ, ਪਿਆਰ ਵਿੱਚ ਆ ਗਏ। ਭਾਵੇਂ ਕਿ ਸੋਚਿਆ ਨਾ, ਇੱਕ ਸਿੱਖ ਨੂੰ ਕੋਲ ਬੁਲਾਇਆ ਤੇ ਕਹਿੰਦੇ ਘਰ ਜਾ, ਘਰ ਹਲਵਾਈ ਲੱਗੇ ਨੇ, ਮਠਿਆਈ ਬਣੀ ਹੈ। ਉਹ ਮਠਿਆਈ ਬਣਾਈ ਗਈ ਸੀ, ਬਰਾਤ ਆਉਣੀ ਸੀ। ਬਰਾਤ ਆਉਣੀ ਸੀ ਬੀਬੀ ਵੀਰੋ ਦੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੱਚੀ ਸੀ, ਉਹਦਾ ਵਿਆਹ ਸੀ। ਕਹਿਣ ਲੱਗੇ ਹੈ ਤੇ ਵਿਆਹ ਵਾਸਤੇ ਮੈਨੂੰ ਪਤਾ ਹੈ ਵੀ ਘੱਟ ਨਾ ਹੋ ਜਾਏ ਕਿਤੇ, ਪਰ ਮੇਰਾ ਮਨ ਨਹੀਂ ਰਹਿੰਦਾ। ਹੁਣ ਕਈ ਵਾਰੀ ਕੁਝ ਚੀਜ਼ਾਂ ਬਦਲਣੀਆਂ ਵੀ ਪੈਂਦੀਆਂ। ਜਾਂ ਤੂੰ ਉੱਥੇ ਘਰ ਜਾ ਕੇ ਕਹੋ ਵੀ ਕੁਝ ਮਠਿਆਈ ਸਿੱਖਾਂ ਨੂੰ ਵੰਡਣੀ ਦਿਓ। ਸਿੱਖ ਗਿਆ, ਅੱਗੇ ਮਾਤਾ ਜੀ ਸਨ। ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਹ ਸਿੱਖਾਂ ਵਾਸਤੇ ਮਠਿਆਈ ਲੈਣ ਲਈ ਆਏ, ਸੁਭਾਅ ਕੁਦਰਤੀ ਹੁੰਦਾ ਹੈ, ਉਹਨਾਂ ਨੇ ਬਚਨ ਕਹੇ ਵੀ ਗੁਰੂ ਸਾਹਿਬ ਨੂੰ ਤੇ ਸਿੱਖਾਂ ਤੋਂ ਬਿਨਾਂ ਦਿਸਦਾ ਹੀ ਕੋਈ ਨਹੀਂ, ਜੋ ਕੁਝ ਹੋਵੇ ਬਸ ਭਾਵੇਂ ਉਹ ਲੈਣ ਵੀ ਨਾ, ਧੱਕੇ ਨਾਲ ਉਹਨਾਂ ਨੂੰ ਦੇਈ ਜਾਂਦੇ ਨੇ। ਇਹ ਸ਼ਬਦ ਜਦੋਂ ਕਹੇ, ਸਿੱਖ ਵਾਪਸ ਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਨੇ ਤੇ ਉਹ ਸਿੱਖ ਨੇ ਵੀ ਸਾਰਿਆਂ ਵਿੱਚ ਬੋਲ ਕੇ ਕਹਿ ਦਿੱਤਾ, ਮਹਾਰਾਜ ਮਾਤਾ ਜੀ ਨੇ ਇਸ ਤਰ੍ਹਾਂ ਕਿਹਾ। ਉਹਨਾਂ ਜਵਾਬ ਦੇ ਦਿੱਤਾ, ਖਾਣ ਲਈ ਕੁਝ ਨਹੀਂ ਦਿੱਤਾ। ਵੈਸੇ ਅਸੀਂ ਕਹਿੰਦੇ ਹਾਂ ਸੂਰਮੇ ਬੜੇ ਸਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਪਰ ਸਾਧ ਸੰਗਤ ਉਹਨਾਂ ਦੇ ਵਿੱਚ ਧੀਰਜ ਬਹੁਤ ਵੱਡੀ ਸੀ। ਗੁਰੂ ਹਰਗੋਬਿੰਦ ਸਾਹਿਬ ਜਿੱਥੇ ਸੂਰਮੇ ਸਨ, ਉਹਨਾਂ ਦਾ ਸੁਭਾਅ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇ ਮਾਤਾ ਗੰਗਾ ਜੀ ਬੜੇ ਧੀਰਜ ਵਾਲੇ ਸਨ। ਸ਼ੁਰੂ ਤੋਂ ਇੰਨੇ ਠੰਡੇ ਸੁਭਾਅ ਦੇ ਸਨ ਗੁਰੂ ਹਰਗੋਬਿੰਦ ਸਾਹਿਬ ਕਿ ਉਹ ਆਮ ਛੋਟੇ-ਮੋਟੇ ਲੜਾਈ ਝਗੜੇ ਵਿੱਚ ਕਦੀ ਬੋਲਦੇ ਨਹੀਂ ਸੀ। ਹਾਂ, ਸਿਰਫ ਤਲਵਾਰ ਵਾਹੁੰਦੇ ਸਨ ਜਦੋਂ ਲੋੜ ਪੈਂਦੀ। ਸਤਿਗੁਰਾਂ ਨੇ ਸੁਣਿਆ
ਵੇਖੋ ਕਮਾਲ ਦੀ ਗੱਲ, ਕਹਿਣ ਲੱਗੇ ਮਠਿਆਈ ਤੇ ਖਤਮ ਨਹੀਂ ਸੀ ਹੋਣੀ, ਨਾ ਉਹਦਾ ਕੁਝ ਘਟਨਾ ਸੀ। ਇਹ ਗੱਲ ਠੀਕ ਨਹੀਂ। ਚਲੋ ਜੇ ਮਠਿਆਈ ਸਿੱਖਾਂ ਨੂੰ ਨਹੀਂ ਖਵਾਈ, ਫਿਰ ਇਹਨੂੰ ਮੁਗਲ ਖਾਣਗੇ। ਦੂਸਰੇ ਦਿਨ ਹਮਲਾ ਹੋ ਗਿਆ, ਅੰਮ੍ਰਿਤਸਰ ਛੱਡ ਕੇ ਜਾਣਾ ਪਿਆ। ਉਹ ਮਠਿਆਈ ਫਿਰ ਮੁਸਲਮਾਨ ਫੌਜਾਂ ਨੇ, ਮੁਗਲਾਂ ਨੇ ਖਾਧੀ। ਕਹਿਣ ਤੋਂ ਭਾਵ ਆਦਮੀ ਦਿੰਦਾ ਗੁਰੂ ਹੈ, ਮਿਲਿਆ ਸਾਰਾ ਕੁਝ ਬਖਸ਼ਿਸ਼ ਦੇ ਵਿੱਚ ਹੈ, ਪਰ ਇਹਦੇ ਅੰਦਰ ਜਿਹੜੀ ਕਬਜ਼ੇ ਦੀ ਬਿਰਤੀ ਹੈ, ਮੇਰੀ ਬਿਰਤੀ ਹੈ, ਜਿੰਨਾ ਚਿਰ ਉਹ ਰਹਿੰਦੀ ਏ, ਰੱਬ ਦਾ ਅਸੂਲ ਇੱਕੋ ਏ। ਉਹ ਕਹਿੰਦਾ ਤੂੰ ਸਭ ਕੁਝ ਛੱਡ ਤੇ ਤਾਂ ਮੈਂ ਤੇਰੇ ਕੋਲ ਆਵਾਂ। ਬੰਦਾ ਕਹਿੰਦਾ ਮੈਂ ਸੰਸਾਰ ਵੀ ਨਹੀਂ ਛੱਡਣਾ ਤੇ ਰੱਬ ਵੀ ਮੇਰੇ ਕੋਲ ਆ ਜਾਏ, ਦੋਵਾਂ ਦੀ ਕੋਈ ਸਾਂਝ ਨਹੀਂ। ਇਸ ਲਈ ਹਜ਼ੂਰ ਕਹਿੰਦੇ ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਗੁਰੂ ਨਾਨਕ ਦੇਵ ਜੀ ਨੂੰ ਕਿਹਾ ਸੀ ਦੌਲਤ ਖਾਂ ਨੇ, ਤੁਸੀਂ ਤੇਰਾ ਤੇਰਾ ਕਹਿ ਕੇ ਸਾਰਾ ਕੁਝ ਗਵਾ ਦਿੱਤਾ ਹੈ। ਤੁਸੀਂ ਤੇਰਾ ਤੇਰਾ ਕਹਿ ਕੇ ਪਹਿਲਾਂ ਘਰ ਕੱਖ ਨਹੀਂ ਕੀਤਾ, ਉੱਥੋਂ ਇੱਥੇ ਆ ਗਏ, ਤੁਸੀਂ ਵਾਹੀ ਨਹੀਂ ਕੀਤੀ, ਤੁਸੀਂ ਮੱਝਾਂ ਗਾਵਾਂ ਨਹੀਂ ਸਾਂਭੀਆਂ, ਘਰ ਦੇ ਭਾਂਡੇ ਲੋਕਾਂ ਨੂੰ ਵੰਡ ਦਿੱਤੇ, ਤੁਸੀਂ ਇਹ ਸਾਰਾ ਕੁਝ ਹੁਣ ਇੱਥੇ ਤੁਹਾਨੂੰ ਮੋਦੀਖਾਨੇ ਵਿੱਚ ਲਾਇਆ ਸੀ, ਇੱਥੇ ਸਾਰਾ ਕੁਝ ਵੰਡ ਦਿੱਤਾ ਜੀ। ਇਹ ਕੀ ਹੈ ਤੇਰਾ ਤੇਰਾ, ਸਭ ਕੁਝ ਤੁਸੀਂ ਗਵਾ ਦਿੱਤਾ ਹੈ। ਤੇ ਸੱਚੇ ਪਾਤਸ਼ਾਹ ਨੇ ਕਿਹਾ ਸੀ ਦੌਲਤ ਖਾਂ, ਇਹ ਤੇਰਾ ਭੁਲੇਖਾ ਹੈ, ਤੇਰਾ ਤੇਰਾ ਕੀਤਿਆਂ ਕੁਝ ਨਹੀਂ ਗਵਾਚਦਾ। ਗਵਾਚ ਉਦੋਂ ਜਾਂਦਾ ਜਦੋਂ ਬੰਦਾ ਮੇਰਾ ਮੇਰਾ ਕਰਨ ਲੱਗ ਪੈਂਦਾ। ਇਸ ਕਰਕੇ ਤੂੰ ਸਿੱਖ ਕਿਵੇਂ ਜੀਵੀਦਾ। ਇਸ ਕਰਕੇ ਸਾਹਿਬ ਕਹਿੰਦੇ ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਤੂੰ ਤੇ ਕੰਮ ਬੜੇ ਗੁਰੂ ਨੂੰ ਕਹੀ ਜਾਂਦਾ, ਯਾਦ ਰੱਖ ਜਿੰਨਾ ਚਿਰ ਤੂੰ ਚੰਬੜਿਆ ਰਿਹਾ ਉਹਨਾਂ ਚਿਰ ਇੱਕ ਵੀ ਕਾਰਜ ਸਿੱਧ ਨਹੀਂ ਹੋਣਾ। ਪਰ ਜਿਸ ਦਿਨ ਹਜ਼ੂਰ ਕਹਿੰਦੇ ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ, ਫਿਰ ਵਾਹਿਗੁਰੂ ਆ ਕੇ ਕਾਰਜ ਸਵਾਰ ਦਿੰਦਾ ਹੈ। ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਪੁੰਨ ਦਾਨ ਜਿਹੜਾ ਤੂੰ ਕਰਨਾ ਹੈ ਨਾ, ਜਿਹੜਾ ਤੂੰ ਕਿਸੇ ਨੂੰ ਖਵਾਉਣਾ ਜਾਂ ਦੇਣਾ ਜਾਂ ਕੁਝ ਭੇਟਾ ਕਰਨਾ ਲੰਗਰ ਵਿੱਚ, ਉਹ ਤੇਰਾ ਆਪਣਾ ਨਹੀਂ, ਇਹ ਵੀ ਉਹਦੀ ਬਖਸ਼ਿਸ਼ ਦੁਆਰਾ ਕੀਤਾ ਗਿਆ ਹੈ। ਜੇ ਉਹ ਅਕਾਲ ਪੁਰਖ ਨੇ ਤੈਨੂੰ ਦੇਣ ਵਾਸਤੇ ਕੁਝ ਦਿੱਤਾ ਹੈ ਤੇ ਫਿਰ ਤੈਨੂੰ ਕੀ ਕਰਨਾ ਚਾਹੀਦਾ। ਸਾਹਿਬ ਕਹਿੰਦੇ ਮਨ ਆਠ ਪਹਿਰ ਕਰ ਤਿਸ ਕਾ ਧਿਆਨ। ਹੇ ਮੇਰੇ ਮਨ, ਅੱਠੇ ਪਹਿਰ ਹੀ ਐਸੇ ਵਾਹਿਗੁਰੂ ਅਕਾਲ ਪੁਰਖ ਦਾ ਧਿਆਨ ਕਰਿਆ ਕਰ। ਤੇ ਧਿਆਨ ਬਾਰੇ ਮੈਂ ਪਹਿਲਾਂ ਆਪ ਜੀ ਨਾਲ ਸਾਂਝ ਪਾ ਚੁੱਕਾ। ਹਜ਼ੂਰ ਕਹਿੰਦੇ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚੇਤਾਰੀ। ਆਚਾਰ, ਆਚਾਰ ਕਹਿੰਦੇ ਨੇ ਚਰਿੱਤਰ ਨੂੰ, ਕਰੈਕਟਰ ਨੂੰ, ਉੱਚੇ ਜੀਵਨ। ਕਹਿੰਦੇ ਜੇ ਤੇਰੇ ਵਿੱਚ ਇੱਕ ਗੁਣ ਹੈ ਨਾ, ਤੇਰਾ ਕਰੈਕਟਰ ਬਹੁਤ ਹਾਈ ਹੈ, ਚਰਿੱਤਰ ਉੱਚਾ ਹੈ, ਚੰਗਿਆਈਆਂ ਬੜੀਆਂ ਤੇਰੇ ਵਿੱਚ। ਇਹ ਵੀ ਤੂੰ ਆਪਣੀ ਸਮਝ ਨਾ ਸਮਝੀ ਕਿ ਮੇਰੇ ਸਿਆਣਪ ਕਰਕੇ ਮੇਰਾ ਕਰੈਕਟਰ ਬੜਾ ਉੱਚਾ ਹੈ, ਨਹੀਂ। ਇਹ ਵੀ ਉਹ ਤੇਰੇ ਵਿੱਚ ਵਰਤਦਾ ਪਿਆ। ਜੇ ਉਹ ਤੈਨੂੰ ਪੁੱਠੇ ਰਾਹ ਤੇ ਪਾਉਣ ਤੇ ਆ ਗਿਆ ਤੇ ਦੂਸਰੇ ਪਾਸੇ ਵੀ ਪਾ ਸਕਦਾ। ਇਹ ਉਹਦੀ ਬਖਸ਼ਿਸ਼, ਜੇ ਤੈਨੂੰ ਉਸਨੇ ਉੱਚਾ ਕਰੈਕਟਰ, ਉੱਚੀ ਸਮਝ ਦਿੱਤੀ, ਜੀਵਨ ਦਿੱਤਾ ਹੈ ਵਿਵਹਾਰੀ, ਤੇ ਤੇਰਾ ਵਿਹਾਰ ਠੀਕ ਹੈ, ਸੰਸਾਰ ਵਿੱਚ ਲੈਣ ਦੇਣ ਚੰਗਾ ਹੈ। ਇਹਨਾਂ ਚੀਜ਼ਾਂ ਦਾ ਵੀ ਅਹੰਕਾਰ ਨਾ ਕਰਿਆ ਕਰ। ਅਸਲ ਵਿੱਚ ਇਹ ਸਾਰੀ ਅਸ਼ਟਪਦੀ ਆਦਮੀ ਦੇ ਸਾਰੇ ਜੀਵਨ ਦਾ ਹੰਕਾਰ ਖੋਹਦੀ ਹੈ। ਵੈਸੇ ਤੇ ਸਾਰੀ ਬਾਣੀ ਆਦਮੀ ਦੇ ਵਿੱਚੋਂ ਮੈਂ ਕੱਢਦੀ ਹੈ, ਜਿਹੜਾ ਉਹ ਚੰਬੜਿਆ ਹੋਇਆ ਪਕੜੇ। ਬਸ ਇਹੀ ਹੈ ਸਾਰੀ ਗੁਰਬਾਣੀ ਦਾ ਜ਼ੋਰ। ਸੱਚ ਜਾਣੋ, ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਸਿਧਾਂਤ ਇਹਦੇ ਦੁਆਲੇ ਪਰਿਕਰਮਾ ਕਰਦਾ ਹੈ ਕਿ ਆਦਮੀ ਇਸ ਤਰ੍ਹਾਂ ਹੋ ਜਾਏ ਜਿਵੇਂ ਇਸ ਧਰਤੀ ਤੇ ਹੈ ਹੀ ਨਹੀਂ। ਬਸ ਇਹ ਹੈ ਅਖੀਰਲੀ ਦਸ਼ਾ ਉਹਦੀ, ਜਿਵੇਂ ਉਹ ਕੁਝ ਵੀ ਨਹੀਂ ਹੈ। ਉਹਨੂੰ ਭੁੱਲ ਜਾਏ ਮੈਂ ਕੌਣ ਹਾਂ, ਮੇਰਾ ਅਹੁਦਾ ਕੀ ਹੈ, ਮੇਰਾ ਨਾਮ ਕੀ ਹੈ, ਮੇਰਾ ਘਰ ਕੀ ਹੈ, ਬਾਹਰ ਕੀ ਹੈ। ਤੇ ਜਦੋਂ ਇਹ ਦਸ਼ਾ ਆ ਜਾਏ, ਸਾਧ ਸੰਗਤ ਸੁੱਖ ਉੱਥੋਂ ਸ਼ੁਰੂ ਹੋ ਜਾਏਗਾ, ਆਨੰਦ। ਇਹਦੇ ਤੋਂ ਪਹਿਲਾਂ ਕੋਈ ਸੁੱਖ ਨਹੀਂ। ਆ ਇੱਕੋ ਚੀਜ਼ ਹੈ ਨਾ, ਮੈਂ ਬੇਨਤੀ ਕਰਾਂ, ਆਦਮੀ ਬੜਾ ਦੁਖੀ ਹੋਵੇ, ਪਰੇਸ਼ਾਨ ਹੋਵੇ
ਤੇ ਉਹਦੇ ਮਨ ਤੇ ਕੋਈ ਬੋਝ ਬਹੁਤਾ ਪੈ ਜਾਏ ਤੇ ਫਿਰ ਡਾਕਟਰ ਕੀ ਕਰਦਾ ਹੈ, ਉਹਨੂੰ ਲੱਖਾਂ ਸਮਝਾਓ ਵੀ ਤੂੰ ਇਹ ਛੱਡ, ਚਿੰਤਾ ਨਹੀਂ ਛੱਡੇਗਾ। ਫਿਰ ਉਹਨੂੰ ਕੀ ਕਹਿੰਦੇ ਨੇ, ਨੀਂਦ ਵਾਲੀ ਗੋਲੀ ਦੇ ਦਿੰਦੇ ਵੀ ਸੌਂ ਜਾਏ। ਹੁਣ ਜਿੰਨਾ ਚਿਰ ਉਹ ਸੁੱਤਾ ਰਹਿੰਦਾ ਉਹਨਾਂ ਚਿਰ ਸੁਖੀ ਰਹਿੰਦਾ। ਉਹਦਾ ਕੀ ਕਾਰਨ? ਸਰੀਰ ਤੇ ਉਹੀ ਹੈ, ਗੱਲਾਂ ਤੇ ਉਹੀ ਨੇ ਦਿਮਾਗ ਵਿੱਚ ਪਈਆਂ। ਨੀਂਦ ਵਿੱਚ ਸੁਖੀ ਕਿਉਂ? ਕਿਉਂਕਿ ਨੀਂਦ ਵਿੱਚ ਇੱਕ ਘਟਨਾ ਵਾਪਰਦੀ, ਉਹਦੀ ਮੈਂ ਦਾ ਬਹੁਤ ਸਾਰਾ ਹਿੱਸਾ ਟੁੱਟ ਜਾਂਦਾ। ਉਹਨੂੰ ਨੀਂਦ ਵਿੱਚ ਨਾ ਪਤਾ ਮੈਨੂੰ ਕਿਸ ਨੇ ਗਾਲਾਂ ਕੱਢੀਆਂ ਨੇ, ਚੇਤਾ ਭੁੱਲ ਗਿਆ, ਨਿਕਲ ਗਿਆ ਅੰਦਰੋਂ। ਨੀਂਦ ਨੇ ਤੋੜ ਦਿੱਤਾ ਸਾਰਾ ਕਨੈਕਸ਼ਨ। ਨਾ ਪਤਾ ਮੈਂ ਕੌਣ ਹਾਂ, ਨਾ ਪਤਾ ਮੇਰੀ ਕਿੰਨੇ ਬੇਇੱਜ਼ਤੀ ਕੀਤੀ ਹੈ, ਨਾ ਆਪਣਾ ਨਾਮ ਚੇਤੇ ਰਿਹਾ, ਨਾ ਅਹੁਦਾ ਚੇਤੇ ਰਿਹਾ, ਨਾ ਘਰ ਚੇਤੇ ਰਿਹਾ। ਨੀਂਦ ਵਿੱਚ ਸਾਰਾ ਕੁਝ ਭੁੱਲ ਜਾਂਦਾ ਹੈ। ਇਉਂ ਕਹੋ ਵੀ ਹੰਕਾਰ ਦਾ ਬਹੁਤ ਸਾਰਾ ਹਿੱਸਾ ਨੀਂਦ ਤੋੜ ਦਿੰਦੀ ਹੈ। ਸਾਨੂੰ ਪਤਾ ਨਹੀਂ ਰਹਿੰਦਾ ਅਸੀਂ ਕੌਣ ਹਾਂ, ਹੰਕਾਰ ਕਾਹਦਾ ਕਰਾਂਗੇ। ਹੰਕਾਰ ਤੇ ਕਿਸੇ ਯਾਦ ਦੇ ਆਸਰੇ ਤੇ ਰਹਿੰਦਾ ਨਾ, ਮੈਂ ਹਾਂ ਫਲਾਣਾ। ਕਿਹੜਾ ਹੋਵੇ ਜਿਹੜਾ ਮੈਨੂੰ ਇਹ ਕਹਿ ਕੇ ਚਲਾ ਜਾਏ ਮੈਂ ਉਸ ਨੂੰ ਸਬਕ ਸਿਖਾ ਦਿਆਂਗਾ, ਮੈਂ ਉਹਨੂੰ ਸਿੱਧਾ ਕਰ ਦਿਆਂਗਾ। ਇਹ ਹੰਕਾਰ ਸਾਰਾ ਨੀਂਦ ਵਿੱਚ ਟੁੱਟਾ। ਕਿਉਂ ਨੀਂਦ ਵਿੱਚ ਟੁੱਟਾ? ਕਿਉਂਕਿ ਨੀਂਦ ਵਿੱਚ ਹੰਕਾਰ ਘਟਿਆ ਤੇ ਨਾਲ ਸੁੱਖ ਸ਼ੁਰੂ ਹੋ ਗਿਆ। ਜਿਸ ਬੰਦੇ ਨੂੰ ਜਾਗਦੇ ਜੀ ਇਸ ਅਵਸਥਾ ਦਾ ਪਤਾ ਲੱਗ ਜਾਏ, ਉਹਨੂੰ ਜਾਚ ਆ ਜਾਏ ਕਨੈਕਸ਼ਨ ਤੋੜਨ ਦੀ ਮੈਂ ਮੇਰੀ ਨਾਲੋਂ, ਤੇ ਉਹ ਜਾਗਦਿਆਂ ਹੀ ਸਾਧ ਸੰਗਤ ਉਸ ਨੀਂਦ ਵਾਲੇ ਸੁੱਖ ਨੂੰ ਪ੍ਰਾਪਤ ਕਰਨਾ ਸ਼ੁਰੂ ਕਰ ਦਿੰਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਬਚਨ ਕਹਿੰਦੇ ਨੇ, ਕਿਆ ਸਮਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਨ। ਦੋਵੇਂ ਇੱਕੋ ਜਿਹੇ ਹੋ ਗਏ, ਜਾਗਦੇ ਵੀ ਸੁਖੀ, ਸੁੱਤੇ ਵੀ। ਕਿਉਂਕਿ ਨੀਂਦ ਵਾਲੀ ਜਿਹੜੀ ਬੇਪਰਵਾਹੀ ਸੀ ਉਹ ਜਾਗਦਿਆਂ ਸ਼ੁਰੂ ਹੋ ਗਈ। ਇਸ ਕਰਕੇ ਉਹ ਸਦਾ ਬੇਪਰਵਾਹ ਰਹਿੰਦੇ ਨੇ, ਕਿਸੇ ਚੀਜ਼ ਦੀ ਪਰਵਾਹ ਨਹੀਂ ਰੱਖਦੇ। ਤਾਂ ਸਾਹਿਬ ਇੱਥੇ ਬਚਨ ਕਰ ਰਹੇ ਨੇ, ਕਹਿਣ ਲੱਗੇ ਜਿਹਦੀ ਕਿਰਪਾ ਨਾਲ ਤੇਰਾ ਵਿਵਹਾਰ, ਤੇਰਾ ਆਚਾਰ ਉੱਚਾ ਹੈ, ਇਹ ਸਭ ਕੁਝ ਉਹਦੀ ਦਾਤ ਸਮਝ ਕੇ ਉਹਦੇ ਅੱਗੇ ਝੁਕ। ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ, ਇੱਕ ਇੱਕ ਸਵਾਸ ਦੇ ਨਾਲ ਉਹਨੂੰ ਚੇਤੇ ਕਰ। ਹਜ਼ੂਰ ਕਹਿੰਦੇ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਇਹ ਵੀ ਤਾਂ ਉਹਦੀ ਦਾਤ ਹੈ ਨਾ, ਜਿਨ੍ਹੇ ਕਿਤੇ ਬੈਠ ਕੇ ਤੇਰਾ ਸੁੰਦਰ ਚਿਹਰਾ ਘੜਿਆ ਹੈ, ਨੈਣ ਨਕਸ਼ ਲਾਏ ਨੇ, ਸੁੰਦਰਤਾ ਬਖਸ਼ ਦਿੱਤੀ ਹੈ। ਹਰ ਇੱਕ ਚੀਜ਼ ਨੂੰ ਅਸੀਂ ਵਰਤ ਸਕਨੇ ਹਾਂ। ਵੈਸੇ ਆਮ ਤੌਰ ਤੇ ਸੁੰਦਰਤਾ ਦਾ ਸੰਬੰਧ ਕਹਿੰਦੇ ਨੇ ਵਿਕਾਰਾਂ ਨਾਲ, ਪਰ ਸਤਿਗੁਰੂ ਕਹਿੰਦੇ ਨਹੀਂ, ਜੇ ਉਹਨੇ ਸੁੰਦਰਤਾ ਦਿੱਤੀ ਹੈ ਤੇ ਸੁੰਦਰਤਾ ਦਾ ਧੰਨਵਾਦ ਕਰਨ ਦੀ ਜਾਚ ਆ ਜਾਏ ਤੇ ਸੁੰਦਰਤਾ ਵੀ ਉਹਦੇ ਨਾਲ ਜੋੜ ਦਿੰਦੀ, ਕਿਉਂਕਿ ਉਹ ਖੁਦ ਬੜਾ ਸੁੰਦਰ ਹੈ। ਪਰਮਾਤਮਾ ਦਾ ਇੱਕ ਗੁਣ ਹੈ ਸੁੰਦਰ ਹੋਣਾ। ਇਸ ਕਰਕੇ ਕਹਿੰਦੇ ਜਿਹਦੀ ਕਿਰਪਾ ਨਾਲ ਤੂੰ ਬਹੁਤ ਸੁੰਦਰ ਹੈ, ਤੇਰਾ ਸਰੂਪ ਜਿਹੜਾ ਬੜਾ ਸੁਨੱਖਾ ਹੈ, ਸੋ ਪ੍ਰਭ ਸਿਮਰੋ ਸਦਾ ਅਨੂਪ। ਅਨੂਪ ਦਾ ਅਰਥ ਹੈ ਜਿਹਦੀ ਉਪਮਾ ਨਾ ਕੀਤੀ ਜਾ ਸਕੇ। ਐਸੇ ਅਨੂਪ ਵਾਹਿਗੁਰੂ ਦਾ ਸਦਾ ਸਿਮਰਨ ਕਰ। ਹਜ਼ੂਰ ਕਹਿੰਦੇ ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਨੀਕੀ ਜਾਤ, ਨੀਕੀ ਦਾ ਅਰਥ ਹੈ ਸੋਹਣੀ। ਇੱਥੇ ਜਾਤ ਦੇ ਅਰਥ ਕੀ ਕਰਾਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਜਾਤ ਪਾਤ ਦਾ ਖੰਡਨ ਕਰਦੇ। ਜਾਤ ਦੇ ਅਰਥ ਇੱਥੇ ਕੀ ਕਰਾਂਗੇ? ਇਹਦੇ ਅਰਥ ਇਹ ਨਹੀਂ ਵੀ ਤੂੰ ਫਲਾਣੀ ਬੜੀ ਉੱਚੀ ਜਾਤ ਹੈ, ਤੇਰੀ ਜਾਤ ਸੇਖੂ ਹੈ ਕਿ ਸੰਧੂ ਕੇ ਬਿਰਕ ਹੈ, ਇਹ ਨਹੀਂ। ਜਾਤ ਸ਼ਬਦ ਦੇ ਅੱਖਰੀ ਅਰਥ ਕਰੀਏ ਤੇ ਜਾਤ ਦੇ ਅਰਥ ਹੁੰਦੇ ਨੇ ਜਿਹਦੇ ਦੁਆਰਾ ਮਨੁੱਖ ਨੂੰ ਜਾਣਿਆ ਜਾਂਦਾ ਹੈ ਵੀ ਇਹ ਕੌਣ ਹੈ। ਜਾਤ ਜਾਣਨਾ। ਗੁਰਬਾਣੀ ਵਿੱਚ ਕਈ ਪ੍ਰਕਾਰ ਦੇ ਸ਼ਬਦ ਇਸ ਤਰ੍ਹਾਂ ਦੇ ਆਉਣਗੇ, ਜਿਨ ਤੂੰ ਜਾਤਾ ਸੋ ਗ੍ਰਿਸਤ ਉਦਾਸੀ ਪਰਵਾਨ। ਜਾਤਾ ਦੇ ਅਰਥ ਹੈ ਪਹਿਚਾਨਣਾ। ਸਾਧ ਸੰਗਤ ਜੀ, ਜਿਹੜੀਆਂ ਜਾਤਾਂ ਦਿੱਤੀਆਂ ਗਈਆਂ ਸਨ ਇਹ ਹੰਕਾਰ ਕਰਨ ਵਾਸਤੇ ਨਹੀਂ ਸਨ, ਇਹ ਸਿਰਫ ਇੱਕ ਬੰਦੇ ਦੀ ਪਹਿਚਾਣ ਹੁੰਦੀ ਸੀ ਵੀ ਫਲਾਣਾ ਕਿਹੜੇ ਕੁਣਬੇ ਵਿੱਚੋਂ, ਕਿਹੜੇ ਪਰਿਵਾਰ ਵਿੱਚੋਂ। ਉਹਦਾ ਨਾਮ ਰੱਖ ਦਿੱਤਾ ਜਾਂਦਾ ਸੀ ਵੀ ਇਸ ਜਾਤ ਵਿੱਚੋਂ, ਦੂਸਰੇ ਨੂੰ ਕਹਿੰਦੇ ਸਨ ਇਸ ਜਾਤ ਵਿੱਚੋਂ। ਪਰ ਸਹਿਜੇ ਸਹਿਜੇ ਜਾਤਾਂ ਦਾ ਅਭਿਮਾਨ ਸ਼ੁਰੂ ਹੋ ਗਿਆ, ਹੰਕਾਰ ਸ਼ੁਰੂ ਹੋ ਗਿਆ। ਕੁਝ ਲੋਕ ਐਸੇ ਸਨ ਜਿਹੜੇ ਦੂਜਿਆਂ ਨੂੰ ਨੀਵਾਂ ਕਹਿਣ ਲੱਗ ਪਏ। ਇਸ ਕਰਕੇ ਨੀਕੀ ਜਾਤ
ਇੱਥੇ ਜਾਤ ਦੇ ਅਰਥ ਕੋਈ ਇਹ ਨਾ ਸਮਝਣਾ ਬ੍ਰਾਹਮਣ ਸ਼ੂਦਰ ਵੈਸ ਕਿਸੇ ਨੂੰ ਗੁਰੂ ਸਾਹਿਬ ਉੱਚਾ ਕਹਿ ਰਹੇ ਨੇ। ਜਾਤ ਦੇ ਸਿਰਫ ਇਹ ਅਰਥ ਨੇ ਕਿ ਜਿਹਦੀ ਕਿਰਪਾ ਦੇ ਨਾਲ ਤੈਨੂੰ ਬਹੁਤ ਸਾਰੇ ਲੋਕ ਜਾਣਦੇ ਨੇ। ਜਾਤ ਦਾ ਅਰਥ ਜਾਣਨਾ। ਜਿਹਦੀ ਕਿਰਪਾ ਨਾਲ ਬਹੁਤ ਸਾਰੇ ਲੋਕ ਤੈਨੂੰ ਜਾਣਦੇ ਨੇ। ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਐਸੇ ਪ੍ਰਭੂ ਨੂੰ, ਐਸੇ ਵਾਹਿਗੁਰੂ ਅਕਾਲ ਪੁਰਖ ਨੂੰ ਸਦਾ ਹੀ ਦਿਨ ਰਾਤ ਸਿਮਰਦੇ ਰਹਿਣਾ ਚਾਹੀਦਾ, ਉਹਦੀ ਯਾਦ ਵਿੱਚ ਟਿਕੇ ਰਹਿਣਾ ਚਾਹੀਦਾ। ਜੇ ਪ੍ਰਸਾਦ ਤੇਰੀ ਪਤ ਰਹੈ, ਗੁਰ ਪ੍ਰਸਾਦ ਨਾਨਕ ਜਸ ਕਹੈ। ਜਿਹਦੀ ਕਿਰਪਾ ਨਾਲ ਤੇਰੀ ਪਤ ਇੱਜ਼ਤ ਬਚ ਜਾਂਦੀ ਹੈ। ਇਉਂ ਲੱਗਦਾ ਵੀ ਹੁਣ ਇੱਜ਼ਤ ਨਹੀਂ ਬਚੇਗੀ, ਪਤ ਨਹੀਂ ਬਚੇਗੀ, ਪਰ ਉਹ ਪਰਮਾਤਮਾ ਇੰਨਾ ਬੇਅੰਤ ਹੈ ਕਿ ਬਿਲਕੁਲ ਸਿਰੇ 'ਤੇ ਆ ਕੇ ਜਿਹੜਾ ਤੇਰੀ ਇੱਜ਼ਤ ਨੂੰ ਬਚਾ ਲੈਂਦਾ ਹੈ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਇੱਥੇ ਗੁਰ ਪ੍ਰਸਾਦ ਸ਼ਬਦ ਵਰਤਿਆ ਕਿਉਂਕਿ ਪ੍ਰਸਾਦ ਵਾਰ-ਵਾਰ ਤਾਂ ਆਇਆ ਕਿ ਸਾਡੇ ਅੰਦਰ ਇੱਕ ਭਾਵ ਬਣ ਜਾਏ, ਜੋ ਕੁਝ ਹੋ ਰਿਹਾ ਹੈ ਕਰਾਉਣ ਵਾਲਾ ਕਰਾ ਰਿਹਾ ਹੈ। ਕਿਸੇ ਦੀ ਸਿਆਣਪ ਨਹੀਂ ਕੰਮ ਕਰਦੀ, ਕਿਸੇ ਦਾ ਜ਼ੋਰ, ਕਿਸੇ ਦੀ ਤਾਕਤ ਕੰਮ ਨਹੀਂ ਕਰਦੀ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ ਪ੍ਰਸਾਦ ਸੁਣਹਿ ਕਰਨ ਨਾਦ। ਕਰਨ ਕਹਿੰਦੇ ਨੇ ਕੰਨਾਂ ਨੂੰ, ਨਾਦ ਕਹਿੰਦੇ ਨੇ ਆਵਾਜ਼ ਨੂੰ। ਇਹ ਵੀ ਤਾਂ ਉਹਦੀ ਬਹੁਤ ਵੱਡੀ ਦਾਤ ਹੈ। ਕੰਨ ਨੇ ਸੁਣ ਲੈਣਾ ਸਾਧ ਸੰਗਤ ਛੋਟੀ ਗੱਲ ਨਹੀਂ ਹੈ। ਕੰਨ ਦੇ ਵਿੱਚ ਸੁਣਨ ਸ਼ਕਤੀ ਪਾ ਦੇਣੀ। ਇੱਕ ਮਾਸ ਦਾ ਛੋਟਾ ਜਿਹਾ ਪਰਦਾ ਹੀ ਹੈ ਨਾ, ਜਿਹਦੇ ਵਿੱਚ ਪਤਾ ਨਹੀਂ ਕੀ ਉਹਨੇ ਪਾ ਦਿੱਤਾ। ਬਾਹਰੋਂ ਇੱਕ ਆਦਮੀ ਸ਼ਬਦ ਬੋਲਦਾ ਹੈ ਤੇ ਉਹ ਸੁਣ ਕੇ ਪੂਰੀ ਤਰ੍ਹਾਂ ਅੰਦਰ ਦਿਮਾਗ ਨੂੰ ਦੱਸ ਦਿੰਦਾ ਵੀ ਕੀ ਬੋਲਿਆ ਜਾ ਰਿਹਾ ਹੈ। ਛੋਟੀ ਗੱਲ ਨਹੀਂ। ਸੁਣਨਾ ਬੜੀ ਵੱਡੀ ਕਿਰਿਆ ਹੈ, ਹਾਲਾਂਕਿ ਵੇਖਣਾ ਵੀ ਬਹੁਤ ਵੱਡੀ ਕਿਰਿਆ, ਪਰ ਸੁਣਨ ਵਿੱਚ ਤੇ ਬਹੁਤ ਵੱਡੀ ਕਮਾਲ ਕਰ ਦਿੱਤੀ। ਕਿਉਂਕਿ ਜਿਹੜੀ ਚੀਜ਼ ਨੂੰ ਸੁਣ ਰਿਹਾ ਨਾ ਉਹ ਦਿਸਦੀ ਤੇ ਨਾ ਸਰੋਤ ਦਿਸਦੀ। ਅਜੇ ਵੇਖਣਾ ਜਿਹੜਾ ਹੈ ਉਹਦੇ ਵਿੱਚ ਦੋਵੇਂ ਚੀਜ਼ਾਂ ਅਸਥੂਲ ਨੇ। ਜਿਹਨੂੰ ਅਸੀਂ ਵੇਖ ਰਹੇ ਹਾਂ ਉਹ ਵੀ ਸਾਹਮਣੇ ਦਿਸ ਰਹੀ ਹੈ, ਜਿਹੜੀ ਅੱਖ ਵੇਖ ਰਹੀ ਉਹ ਵੀ ਸਾਹਮਣੇ ਦਿਸੀ ਜਾਂਦੀ ਹੈ। ਪਰ ਸਾਧ ਸੰਗਤ ਸੁਣਨਾ ਬਹੁਤ ਬਰੀਕ ਹੈ, ਕਿਉਂਕਿ ਜਿਹੜੇ ਕੰਨ ਸੁਣ ਰਹੇ ਨੇ ਉਹਨਾਂ ਦੇ ਵਿਚਲਾ ਪਰਦਾ ਵੀ ਨਜ਼ਰ ਕੋਈ ਨਹੀਂ ਆਉਂਦਾ। ਜਿਹੜੇ ਸ਼ਬਦ ਨੇ ਉਹਨਾਂ ਦੀ ਤਸਵੀਰ ਕੋਈ ਨਹੀਂ ਬਣਦੀ। ਇਹ ਬੜੀ ਵੱਡੀ ਸ਼ਕਤੀ, ਬੜੀ ਵੱਡੀ ਤਾਕਤ ਉਹਨੇ ਬਖਸ਼ ਦਿੱਤੀ, ਜਿਹਦੀ ਕਿਰਪਾ ਦੇ ਨਾਲ ਤੈਨੂੰ ਸੁਣਨ ਸ਼ਕਤੀ ਉਹਨੇ ਬਖਸ਼ੀ ਹੈ। ਜੇ ਤੇਰੇ ਵਿੱਚ ਸੁਣਨ ਦੀ ਕਲਾ ਨਾ ਹੋਵੇ ਤੇ ਲੋਕ ਤੇਰੇ ਕੋਲ ਭਾਵੇਂ ਜੋ ਮਰਜ਼ੀ ਕਹਿੰਦੇ ਰਹਿਣ, ਉਹਨਾਂ ਦੀ ਤੈਨੂੰ ਸਮਝ ਨਹੀਂ ਆ ਸਕਦੀ। ਹਜ਼ੂਰ ਕਹਿੰਦੇ, ਜੇ ਪ੍ਰਸਾਦ ਵੇਖੈ ਬਿਸਮਾਦ। ਜਿਹਦੀ ਕਿਰਪਾ ਦੇ ਨਾਲ ਤੂੰ ਵੇਖਣ ਵਿੱਚ ਸਮਰੱਥ ਹੈ। ਇਹ ਵੀ ਉਹਦੀ ਕਲਾ, ਉਹਦੀ ਕਿਰਪਾ ਹੈ। ਦ੍ਰਿਸ਼ਟੀ ਹੋਣੀ, ਨਜ਼ਰ ਹੋਣੀ, ਕਿਸੇ ਚੀਜ਼ ਨੂੰ ਵੇਖ ਲੈਣਾ, ਫਿਰ ਉਹਨੂੰ ਅੰਦਰ ਦੱਸਣਾ ਵੀ ਬਾਹਰੋਂ ਕੌਣ ਆ ਰਿਹਾ ਹੈ। ਇਹ ਛੋਟੀ ਕਲਾ ਨਹੀਂ, ਬਹੁਤ ਵੱਡਾ ਪਸਾਰ ਹੈ ਮਨੁੱਖ ਦੇ ਦਿਮਾਗ ਦਾ। ਇਹ ਜਿੰਨੇ ਘੜਿਆ, ਜਿੰਨੇ ਬਣਾਇਆ, ਉਹ ਬਹੁਤ ਬੇਅੰਤ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ ਪ੍ਰਸਾਦ ਵੇਖਹਿ ਬਿਸਮਾਦ। ਫਿਰ ਹਜ਼ੂਰ ਕਹਿੰਦੇ, ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ। ਬੋਲਣਾ ਉਸ ਤੋਂ ਵੀ ਵੱਡੀ ਕਲਾ। ਹੁਣ ਇਹ ਸਾਰੀਆਂ ਦਾਤਾਂ ਗਿਣੀਆਂ ਜਾ ਰਹੀਆਂ। ਜੇ ਮਨ ਜਾਗਿਆ ਇਹਨਾਂ ਚੀਜ਼ਾਂ ਦੇ ਰਾਹੀਂ ਬੰਦਗੀ ਕਰ ਸਕਦਾ ਹੈ। ਬੋਲਣਾ ਇੱਕ ਬੜੀ ਵੱਡੀ ਦਾਤ ਹੈ। ਜੇਬਾ ਦੇ ਵਿੱਚ, ਰਸਨਾ ਦੇ ਵਿੱਚ ਲਚਕ ਪਾ ਦਿੱਤੀ ਉਹਨੇ, ਜਿਹੜੀ ਬੋਲਦੀ ਹੈ, ਜਿਹਦੇ ਵਿੱਚ ਸ਼ਬਦ ਘੜੇ ਜਾਂਦੇ ਨੇ, ਆਵਾਜ਼ ਆਉਂਦੀ ਹੈ। ਇਹ ਉਹਦੀ ਬਹੁਤ ਵੱਡੀ ਦਾਤ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਕਿ ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ। ਤੇਰੀ ਰਸਨਾ ਤੇ ਅੰਮ੍ਰਿਤ ਵਰਗੇ ਸ਼ਬਦ ਆਉਂਦੇ ਨੇ। ਸਾਹਿਬ ਕਹਿੰਦੇ, ਜੇ ਪ੍ਰਸਾਦ ਸੁਖ ਸਹਿਜੇ ਬਸਨਾ। ਜਿਹਦੀ ਕਿਰਪਾ ਨਾਲ ਸੁਖ ਪੂਰਵਕ ਸਹਿਜੇ ਹੀ ਜੀਵਨ ਬੀਤਦਾ ਜਾ ਰਿਹਾ। ਹਜ਼ੂਰ ਕਹਿੰਦੇ, ਜੇ ਪ੍ਰਸਾਦ ਹਸਤ ਕਰ ਚਲਹਿ। ਜੇ ਪ੍ਰਸਾਦ ਸੰਪੂਰਨ ਫਲੈ। ਜੇ ਪ੍ਰਸਾਦ ਹਸਤ, ਹਸਤ ਦਾ ਅਰਥ ਹੈ ਹੱਥ, ਕਰ, ਕਰ ਦਾ ਅਰਥ ਵੀ ਹੱਥ ਹੈ। ਚੱਲੈ,
ਇਹਦਾ ਮਤਲਬ ਹੋਏਗਾ ਜਿਹਦੀ ਕਿਰਪਾ ਦੇ ਨਾਲ ਤੇਰੇ ਹੱਥ ਤੇ ਪੈਰ ਤੁਰਦੇ ਨੇ। ਇਹ ਬਹੁਤ ਵੱਡੀ ਉਹਦੀ ਦਾਤ ਹੈ, ਇਹਨਾਂ ਹੱਥਾਂ ਤੇ ਪੈਰਾਂ ਨੂੰ ਚਲਾਈ ਜਾਂਦਾ ਹੈ। ਸਾਧ ਸੰਗਤ ਜੇ ਕਿਤੇ ਇੱਕ ਹੱਥ ਪੈਰ ਕੰਮ ਕਰਨਾ ਬੰਦ ਕਰ ਜਾਏ ਫਿਰ ਇਹਨਾਂ ਦੀ ਕੀਮਤ ਦਾ ਪਤਾ ਲੱਗਦਾ ਹੈ। ਕਹਿਣ ਲੱਗੇ ਇਹ ਵੀ ਉਹਦੀ ਬੜੀ ਵੱਡੀ ਦਾਤ, ਬੜੀ ਵੱਡੀ ਮਹਾਨ ਬਖਸ਼ਿਸ਼ ਹੈ ਕਿ ਤੇਰੇ ਹੱਥ ਔਰ ਪੈਰ ਜਿਹੜੇ ਨੇ ਚੱਲਣ ਵਿੱਚ ਸਮਰੱਥ ਨੇ, ਤੇ ਜਿਹਦੀ ਕਿਰਪਾ ਦੇ ਨਾਲ ਤੇਰੇ ਸਰੀਰ ਦਾ ਹਰ ਇੱਕ ਅੰਗ ਸੰਪੂਰਨ ਫਲ ਰਿਹਾ ਹੈ, ਭਾਵ ਸਾਰੇ ਸਰੀਰ ਵਿੱਚ ਪੂਰੀ ਤਾਕਤ ਹੈ। ਹਜ਼ੂਰ ਕਹਿੰਦੇ ਜਿਹ ਪ੍ਰਸਾਦ ਪਰਮ ਗਤ ਪਾਵਹਿ, ਜੇ ਪ੍ਰਸਾਦ ਸੁਖ ਸਹਿਜ ਸਮਾਵੈ। ਜਿਹਦੀ ਕਿਰਪਾ ਨਾਲ ਪਰਮ ਗਤੀ ਭਾਵ ਉੱਚੀ ਅਵਸਥਾ, ਗੁਰਮੁਖ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਸਹਿਜੇ ਹੀ ਸੁਖ ਦੇ ਸਮੁੰਦਰ ਵਿੱਚ ਸਮਾ ਜਾਈਦਾ ਹੈ। ਇੱਥੇ ਸਤਿਗੁਰਾਂ ਨੇ ਅਖੀਰ ਤੇ ਫਿਰ ਪ੍ਰਯੋਜਨ ਇੱਕੋ ਹੀ ਹੈ ਜੋੜਨ ਦਾ। ਸਤਿਗੁਰਾਂ ਦਾ ਪ੍ਰਯੋਜਨ ਇੱਕੋ ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਮਿਸ਼ਨ ਹੈ ਉਹ ਸਿਰਫ ਇਹ ਹੈ ਕਿ ਟੁੱਟਾ ਹੋਇਆ ਮਨੁੱਖ ਸ਼ਬਦ ਨਾਲ ਸਾਂਝ ਪਾ ਲਵੇ, ਹੋਰ ਕੋਈ ਪ੍ਰਯੋਜਨ ਨਹੀਂ। ਸਾਧਨ ਭਾਵੇਂ ਕਿੰਨੇ ਦਿੱਤੇ ਨੇ, ਸਾਧ ਸੰਗਤ ਲੰਗਰ ਦੇ ਦਿੱਤਾ, ਭਾਂਡੇ ਦੇ ਦਿੱਤੇ, ਉਧਰੋਂ ਜਿਹੜਾ ਸਾਧਨ ਬਣਾਇਆ ਉਹਦਾ ਵੀ ਪ੍ਰਯੋਜਨ ਜੁੜਨਾ ਸੀ, ਸ਼ਬਦ ਨਾਲ ਸਾਂਝ ਪਾਉਣੀ ਸੀ। ਜੇ ਸਤਿਗੁਰਾਂ ਨੇ ਕੀਰਤਨ ਦਿੱਤਾ ਹੈ, ਕੀਰਤਨ ਦਾ ਵੀ ਪ੍ਰਯੋਜਨ ਇਹ ਸੀ ਵੀ ਕੀਰਤਨ ਦੁਆਰਾ ਇੱਕ ਨਾਲ ਜੁੜਿਆ ਜਾਏ, ਸਾਂਝ ਇੱਕ ਨਾਲ ਬਣਾਈ ਜਾਏ। ਪਾਠ ਕਰਨ ਦਾ ਵੀ ਪ੍ਰਯੋਜਨ ਇੱਕ ਨਾਲ ਜੁੜਨਾ ਸੀ। ਜੋ ਵੀ ਕਾਰਜ ਧਰਮ ਦੇ ਸਤਿਗੁਰਾਂ ਨੇ ਦਿੱਤੇ ਉਹਦਾ ਪ੍ਰਯੋਜਨ, ਉਹਦਾ ਨਿਸ਼ਾਨਾ ਇੱਕ ਨਾਲ ਸਾਂਝ ਪਾਉਣਾ ਸੀ। ਤੇ ਜੇ ਇਹ ਸਾਰੇ ਹੀ ਕਾਰਜ ਕਰਦਿਆਂ ਅਸੀਂ ਇੱਕ ਨਾਲ ਜੁੜਨ ਵਾਲੇ ਪਾਸੇ ਨਹੀਂ ਤੁਰਦੇ ਤੇ ਇਹ ਸਾਰੇ ਕਾਰਜ ਜਿਹੜੇ ਨੇ ਇਹ ਫੋਕਟ ਕਰਮ ਬਣ ਕੇ ਰਹਿ ਜਾਣਗੇ, ਫਿਰ ਸਾਡੇ ਜੀਵਨ ਵਿੱਚ ਕੰਮ ਨਹੀਂ ਦੇਣਗੇ। ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਉਹਦੀ ਕਿਰਪਾ। ਫਿਰ ਐਸੇ ਪ੍ਰਭੂ ਨੂੰ ਤਿਆਗ ਕੇ ਹੋਰ ਕਿਸ ਪਾਸੇ ਤੂੰ ਲੱਗਾ ਹੋਇਆ। ਸਤਿਗੁਰੂ ਇਹ ਬਚਨ ਕਹਿੰਦੇ ਪਿਆਰ ਨਾਲ ਸਾਰੇ ਪੜ੍ਹੀਏ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਐਸਾ ਪ੍ਰਭ ਤਿਆਗ ਅਵਰ ਕਤ ਲਾਗੋ। ਗੁਰ ਪ੍ਰਸਾਦ ਨਾਨਕ ਮਨ ਜਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਗੁਰ ਪ੍ਰਸਾਦ ਨਾਨਕ ਮਨ ਜਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਇੰਨੀ ਲੰਮੀ ਵਿਆਖਿਆ ਇੱਕੋ ਚੀਜ਼ ਦੀ ਕਿਉਂ ਕੀਤੀ? ਕਿਤੇ ਸੁੱਤਾ ਹੋਇਆ ਮਨ ਜਾਗ ਪਏ। ਸਾਡੇ ਆਲੇ ਦੁਆਲੇ ਜੋ ਕੁਝ ਵਰਤ ਰਿਹਾ ਹੈ ਅਸੀਂ ਉਹਦੇ ਬਾਰੇ ਜਾਗਰਤ ਹੋ ਜਾਈਏ, ਵੇਖ ਲਈਏ ਸਾਨੂੰ ਕੀ ਕੀ ਦੇ ਰਿਹਾ ਹੈ ਉਹ। ਇਸ ਕਰਕੇ ਕਹਿੰਦੇ ਇਸ ਤਰ੍ਹਾਂ ਦੇ ਵਾਹਿਗੁਰੂ ਨੂੰ ਤਿਆਗ ਕੇ ਅਵਰ ਕਤ ਲਾਗੋ। ਹੋਰ ਕਿਹੜੇ ਪਾਸੇ ਜੁੜ ਰਹੇ ਹੋ? ਗੁਰ ਪ੍ਰਸਾਦ। ਪਰ ਜਾਗ ਤਾਂ ਆਵੇਗੀ ਜੇ ਵਿੱਚ ਗੁਰੂ ਨੂੰ ਲਿਆਵਾਂਗੇ, ਸਿੱਧਾ ਕੋਈ ਨਹੀਂ ਜਾਗਿਆ। ਕਿਉਂਕਿ ਜਿਹੜਾ ਆਦਮੀ ਸੁੱਤਾ ਹੋਇਆ ਹੈ ਅਜੇ ਸਰੀਰ ਦੀ ਨੀਂਦ ਇਸ ਤਰ੍ਹਾਂ ਦੀ ਜਦੋਂ ਪੂਰੀ ਹੋ ਜਾਏ ਆਪਣੇ ਆਪ ਹਿੱਲਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਉਹਦੀ ਨੀਂਦ ਫਿਕਸ ਹੈ। ਜਦੋਂ ਪੂਰੀ ਹੋ ਗਈ ਜਾਗ ਵੱਲ ਉਹ ਆਪਣੇ ਆਪ ਤੁਰਦਾ ਹੈ। ਪਰ ਜਿਹੜੀ ਮਨ ਦੀ ਬੇਹੋਸ਼ੀ ਹੈ ਨਾ, ਮਨ ਦੀ ਨੀਂਦ, ਹੰਕਾਰ ਦੀ ਨੀਂਦ, ਲੋਭ ਦੀ ਨੀਂਦ, ਇਹਦਾ ਕੋਈ ਸਮਾਂ ਨਹੀਂ, ਨਾ ਇਹਦੇ ਵਿੱਚੋਂ ਮਨੁੱਖ ਆਪ ਜਾਗ ਸਕਦਾ। ਇਹਦੇ ਵਾਸਤੇ ਜਗਾਉਣ ਵਾਲਾ ਚਾਹੀਦਾ, ਦੂਸਰਾ ਚਾਹੀਦਾ ਜਿਹੜਾ ਜਗਾਦਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਤੂੰ ਜਾਗ। ਗੁਰ ਪ੍ਰਸਾਦ ਨਾਨਕ ਮਨ ਜਾਗੋ। ਹਜ਼ੂਰ ਅੱਗੇ ਕਹਿੰਦੇ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜਿਹਦੀ ਕਿਰਪਾ ਨਾਲ ਤੂੰ ਸੰਸਾਰ ਵਿੱਚ ਪ੍ਰਗਟ ਹੈ, ਪ੍ਰਸਿੱਧ ਹੈ, ਲੋਕ ਜਾਣਦੇ ਨੇ, ਐਸੇ ਵਾਹਿਗੁਰੂ ਨੂੰ ਛੱਡ ਕੇ ਤੈਨੂੰ ਉਸ ਨੂੰ ਵਿਸਾਰਨਾ ਨਹੀਂ ਚਾਹੀਦਾ, ਭੁੱਲਣਾ ਨਹੀਂ ਚਾਹੀਦਾ।
ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ। ਜਿਹਦੀ ਕਿਰਪਾ ਨਾਲ ਤੇਰਾ ਬਹੁਤ ਪ੍ਰਤਾਪ ਹੈ, ਭਾਵ ਤੇਰੇ ਅੱਗੇ ਲੋਕ ਝੁਕਦੇ ਨੇ, ਤੇਰੇ ਅੰਦਰ ਕਮੀ ਨੂੰ ਵੇਖ ਕੇ ਵੀ ਕੋਈ ਨਹੀਂ ਕਹਿੰਦਾ, ਚੁੱਪ ਕਰ ਜਾਂਦੇ ਨੇ। ਇਹਨੂੰ ਕਹਿੰਦੇ ਨੇ ਪ੍ਰਤਾਪ ਹੋਣਾ। ਹੇ ਮੇਰੇ ਮੂੜ ਮਨ ਭਾਵ ਮੂਰਖ ਮਨ, ਤੂੰ ਐਸੇ ਅਕਾਲ ਪੁਰਖ ਨੂੰ ਜਪਿਆ ਕਰ, ਉਹਦਾ ਨਾਮ ਜਪਿਆ ਕਰ। ਫਿਰ ਕਹਿੰਦੇ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ। ਜਿਹੜਾ ਤੇਰੇ ਹਰ ਇੱਕ ਕੰਮ ਵਿੱਚ ਸਹਾਇਕ ਹੋ ਜਾਂਦਾ, ਜਿੰਨੇ ਕੰਮ ਕਹੇ ਸਨ ਉਹ ਕਰ ਦਿੰਦਾ। ਸਾਧ ਸੰਗਤ, ਜਿੰਨਾ ਚਿਰ ਕੰਮ ਨਹੀਂ ਹੁੰਦਾ ਸਾਡਾ, ਉਹਨਾਂ ਚਿਰ ਅਸੀਂ ਹਜ਼ੂਰੀ ਵਿੱਚ ਰਹਿੰਦੇ ਹਾਂ, ਯਾਨੀ ਕਿ ਯਾਦ ਕਰਦੇ ਰਹਿੰਦੇ ਵੀ ਕਰ ਦਿਓ ਕੰਮ, ਇਹ ਕੰਮ ਕਰ ਦਿਓ। ਬਸ ਕੰਮ ਹੋਇਆ ਨਹੀਂ ਤੇ ਗੁਰੂ ਦੀ ਯਾਦ ਨਿਕਲ ਗਈ, ਕੰਮ ਵੱਲ ਧਿਆਨ ਆ ਗਿਆ। ਇਹ ਸਾਡੇ ਮਨ ਦਾ ਸੁਭਾਅ ਹੈ। ਪਰ ਸਤਿਗੁਰੂ ਇੱਥੇ ਸੁਚੇਤ ਕਰਦੇ ਨੇ, ਜਿਹਦੇ ਤੋਂ ਤੂੰ ਕੰਮ ਕਰਾਉਣਾ, ਬਾਅਦ ਵਿੱਚ ਵੀ ਉਹਦੀ ਹਜ਼ੂਰੀ ਵਿੱਚ ਰਿਹਾ ਕਰ, ਜਾਣਿਆ ਕਰ ਕਿ ਉਹ ਮੇਰੇ ਕੋਲ ਹੈ। ਜਿਹ ਪ੍ਰਸਾਦ ਤੂੰ ਪਾਵਹਿ ਸਾਚ, ਰੇ ਮਨ ਮੇਰੇ ਤੂੰ ਤਾਂ ਸਿਉ ਰਾਚ। ਜਿਹਦੀ ਕਿਰਪਾ ਨਾਲ ਤੂੰ ਸੱਚੇ ਨਾਮ ਨੂੰ ਪ੍ਰਾਪਤ ਕਰ ਸਕਣਾ, ਜਿਹੜਾ ਕਿ ਬੜਾ ਹੀ ਔਖਾ ਹੈ, ਉਹਦੇ ਨਾਲ ਸਾਂਝ ਬਣਨੀ ਬੜੀ ਮੁਸ਼ਕਲ ਹੋ ਜਾਂਦੀ ਹੈ। ਹੇ ਮੇਰੇ ਮਨ, ਐਸੇ ਵਾਹਿਗੁਰੂ ਦੇ ਨਾਲ ਰਚ ਜਾ। ਰਾਚ ਦਾ ਅਰਥ ਹੈ ਜੁੜਨਾ, ਸੰਬੰਧਿਤ ਹੋ ਜਾਣਾ, ਉਹਦੇ ਵਿੱਚ ਰਚ ਮਿਚ ਜਾਣਾ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਜਿਹਦੀ ਕਿਰਪਾ ਦੇ ਨਾਲ ਸਾਰਿਆਂ ਦੀ ਹੀ ਗਤੀ ਭਾਵ ਉੱਤਮ ਪਦਵੀ ਪ੍ਰਾਪਤ ਕਰ ਸਕਦੇ ਹਨ, ਐਸੇ ਵਾਹਿਗੁਰੂ ਦਾ ਜਾਪ, ਜਾਪ ਜਪੈ ਜਪ ਸੋਏ। ਉਹਦਾ ਜਾਪ ਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਜਪਦੇ ਹਾਂ। ਤੇ ਇਸ 6ਵੀਂ ਅਸ਼ਟਪਦੀ ਦੇ ਅਖੀਰਲੇ ਪਦੇ ਦੇ ਵਿੱਚ ਇੱਕ ਬੜਾ ਮਹੱਤਵਪੂਰਨ ਨੁਕਤਾ ਤੇ ਸੂਤਰ ਬਿਆਨਿਆ ਗਿਆ। ਥੋੜ੍ਹੇ ਮਿੰਟਾਂ ਵਿੱਚ ਆਪਾਂ ਇਹਨੂੰ ਸਮਝਣ ਦਾ ਯਤਨ ਕਰੀਏ। ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਉਹ ਜਪਾਏ ਤੇ ਤਾਂ ਹੀ ਜਪੀਏ। ਇੱਥੇ ਉਹ ਬਿਆਨ ਕੀਤਾ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਇਹਦਾ ਭਾਵ ਹੈ ਜਿਸ ਨੂੰ ਉਹ ਜਪਾਉਂਦਾ ਹੈ ਉਹ ਹੀ ਜਪ ਸਕਦਾ ਹੈ, ਜਿਹਦੇ ਤੋਂ ਉਹ ਗਵਾਉਂਦਾ ਹੈ ਉਹ ਹੀ ਗਾ ਸਕਦਾ ਹੈ, ਉਹ ਹੀ ਉਸਤਤ ਕਰ ਸਕਦਾ। ਇਹ ਦਸ਼ਾ ਹੈ ਬ੍ਰਹਮ ਗਿਆਨੀ ਦੀ, ਜਿਹੜਾ ਮਿਹਨਤ ਕਰ ਕਰਕੇ ਇੱਥੇ ਪਹੁੰਚ ਚੁੱਕਾ ਹੈ। ਹੁਣ ਜਿਹਨੂੰ ਆਪ ਨਹੀਂ ਜਪਣਾ ਪੈਂਦਾ, ਉਹ ਨਾ ਵੀ ਜਪਣਾ ਚਾਹੇ ਤੇ ਉਹਦੇ ਵਿੱਚੋਂ ਆਪਣੇ ਆਪ ਜਾਪ ਚੱਲਣ ਲੱਗ ਪੈਂਦਾ, ਆਪਣੇ ਆਪ ਉਹਦੀ ਆਵਾਜ਼ ਆਉਣ ਲੱਗ ਪੈਂਦੀ, ਤਾਂ ਉਸ ਸਮੇਂ ਫਿਰ ਇੱਕ ਦਸ਼ਾ ਬਣ ਜਾਂਦੀ ਏ, ਜਿਹਨੂੰ ਕਬੀਰ ਜੀ ਕਹਿੰਦੇ ਨੇ, ਜਦੋਂ ਉਹਨਾਂ ਨੂੰ ਕਿਸੇ ਪੁੱਛਿਆ ਬਈ ਹੁਣ ਤੁਸੀਂ ਉਹਨੂੰ ਜਪਦੇ ਹੋ, ਕਹਿਣ ਲੱਗੇ ਨਹੀਂ ਹੁਣ ਕੋਈ ਵਿਆਖਿਆ ਨਹੀਂ। ਬੜੇ ਪਿਆਰੇ ਸ਼ਬਦ ਨੇ, 3 ਸ਼ਲੋਕ ਉਹਨਾਂ ਦੇ ਇਕੱਠੇ ਨੇ, ਆਪ ਬਾਣੀ ਦੇ ਅਭਿਆਸੀ ਪੜ੍ਹ ਸਕਦੇ ਹੋ। ਉਹ ਕਹਿੰਦੇ ਨੇ, ਸੁਣ ਸਖੀ ਪੀ ਮੈਂ ਜੀਉ ਬਸੈ। ਪੀ ਦਾ ਅਰਥ ਹੈ ਪੀਆ ਦਾ ਅਰਥ ਹੈ ਪਤੀ। ਸੁਣ ਸਖੀ ਪੀ ਮੈਂ ਜੀਉ ਬਸੈ, ਮੇਰੀ ਜਿੰਦ ਮੇਰੇ ਪਤੀ ਪਰਮਾਤਮਾ ਦੇ ਵਿੱਚ ਵਸਦੀ। ਸੁਣ ਸਖੀ ਪੀ ਮੈਂ ਜੀਉ ਵਸੈ, ਜੀਉ ਮੈਂ ਵਸੈ ਕੇ ਪੀਓ। ਕਿ ਜਿੰਦ ਵਿੱਚ ਉਹ ਵਸਦਾ ਹੈ ਕਿ ਮੈਂ ਉਹਦੇ ਵਿੱਚ ਵਸਦਾ। ਤੇ ਕਬੀਰ ਸਾਹਿਬ ਜਵਾਬ ਦਿੰਦੇ ਨੇ, ਜੀਓ ਪੀਓ ਬੂਝੋ ਨਹੀਂ। ਇਹ ਨਹੀਂ ਪਤਾ ਲੱਗਦਾ ਵੀ ਹੁਣ ਮੈਂ ਉਹਦੇ ਵਿੱਚ ਰਹਿਣਾ ਕਿ ਉਹ ਮੇਰੇ ਵਿੱਚ ਰਹਿੰਦਾ। ਜੀਓ ਪੀਓ ਬੂਝੋ ਨਹੀਂ, ਘਟ ਮੈਂ ਜੀਓ ਕਿ ਪੀਓ। ਉਸ ਵੇਲੇ ਦਸ਼ਾ ਇਹ ਬਣ ਜਾਂਦੀ ਹੈ, ਪਤਾ ਨਹੀਂ ਲੱਗਦਾ ਮੈਂ ਜਪ ਰਿਹਾ ਕਿ ਗੁਰੂ ਆਪ ਹੀ ਜਪਾ ਰਿਹਾ। ਇਹ ਸਮਝ ਨਹੀਂ ਆਉਂਦੀ। ਇਸ ਕਰਕੇ ਕਿਸੇ ਗੁਰਮੁਖ ਨੇ ਵਿਆਖਿਆ ਬੜੀ ਸੋਹਣੀ ਕੀਤੀ। ਕਿਸੇ ਪੁੱਛਿਆ, ਜੀ ਤੁਸੀਂ ਬਾਣੀ ਪੜ੍ਹਦੇ ਹੋ? ਕਹਿੰਦੇ ਪੜ੍ਹਨੇ ਆ, ਜਪਜੀ ਸਾਹਿਬ ਪੜ੍ਹਦੇ ਹੋ? ਕਹਿੰਦੇ 1-2 ਪੌੜੀਆਂ ਪੜ੍ਹੀ ਦੀਆਂ ਨੇ। ਕਮਾਲ ਹੋ ਗਈ, 1-2 ਪੌੜੀਆਂ ਕਿਉਂ ਪੜ੍ਹਦੇ ਹੋ? 38 ਪੌੜੀਆਂ ਨੇ, 1-2 ਕਿਉਂ ਪੜ੍ਹੀਆਂ ਜਾਂਦੀਆਂ ਨੇ? ਕਹਿਣ ਲੱਗੇ ਪਹਿਲਾਂ ਸਾਰਾ ਪੜ੍ਹੀਦਾ ਸੀ, ਹੌਲੀ ਹੌਲੀ ਘਟਦੇ ਗਏ,
ਹੁਣ ਤੇ ਗੱਲ ਇੱਥੇ ਆ ਗਈ, ਕਈ ਵਾਰੀ ਤੇ ਇੱਕ ਹੀ ਪੌੜੀ ਪੜ੍ਹੀ ਦੀ ਬਸ। ਕਹਿੰਦੇ ਵੀ ਬਾਣੀ ਪੜ੍ਹਨੀ ਵਧਣੀ ਚਾਹੀਦੀ ਸੀ ਕਿ ਘਟਣੀ ਚਾਹੀਦੀ ਸੀ। ਕਹਿਣ ਲੱਗੇ ਨਹੀਂ ਮੈਂ ਜਾਣਦਾ ਵੀ ਵਧਣੀ ਚਾਹੀਦੀ ਸੀ ਕਿ ਘਟਣੀ ਚਾਹੀਦੀ ਸੀ, ਪਰ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਜਦੋਂ ਸ਼ੁਰੂ ਵਿੱਚ ਜਪਜੀ ਸਾਹਿਬ ਪੜ੍ਹਦਾ ਸਾਂ ਤੇ ਸਾਰਾ ਮੈਂ ਪੜ੍ਹਦਾ ਸਾਂ, ਤੇ ਜਿਉਂ-ਜਿਉਂ ਮੇਰੀ ਸਾਂਝ ਬਣਦੀ ਗਈ ਬਾਣੀ ਦੇ ਨਾਲ, ਤਿਉਂ-ਤਿਉਂ ਕੀ ਹੋਇਆ, ਹੁਣ ਮੈਂ ਇੱਕ ਪੌੜੀ ਪੜ੍ਹਨਾ ਤੇ ਅਗਲਾ ਸਾਰਾ ਗੁਰੂ ਨਾਨਕ ਸਾਹਿਬ ਹੀ ਪੜ੍ਹੀ ਜਾਂਦੇ ਨੇ, ਮੈਨੂੰ ਪੜ੍ਹਨਾ ਨਹੀਂ ਪੈਂਦਾ, ਉਹ ਆਪ ਪੜ੍ਹੀ ਜਾਂਦਾ। ਇਹ ਦਸ਼ਾ ਜਿਉਂ-ਜਿਉਂ ਗੁਰਮੁਖ ਅਭਿਆਸ ਕਰਦਾ ਹੈ, ਜਿਹਨੂੰ ਭਾਈ ਗੁਰਦਾਸ ਕਹਿੰਦੇ ਨੇ ਕਿ ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਵਾਰ-ਵਾਰ ਫਿਰ ਗੁਰੂ ਉਹਨੂੰ ਸਿਮਰਾਉਂਦਾ ਹੈ। ਜਿਹਨੂੰ ਹਜ਼ੂਰ ਗੁਰੂ ਅਰਜਨ ਦੇਵ ਆਪਣੀ ਇੱਕ ਛੋਟੀ ਜਿਹੀ ਵਾਰ, ਜਿਹਨੂੰ ਬਸੰਤ ਕੀ ਵਾਰ ਕਹਿੰਦੇ ਨੇ, ਉਹਦੇ ਵਿੱਚ ਇਹ ਜ਼ਿਕਰ ਕਰਦੇ ਨੇ, ਜਿੱਥੇ ਇਹ ਦਸ਼ਾ ਬਣਦੀ ਹੈ ਬ੍ਰਹਮ ਗਿਆਨੀ ਦੀ ਦਸ਼ਾ ਹੈ, ਜਿਹਦੇ ਵਿੱਚ ਸਾਹਿਬ ਕਹਿੰਦੇ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਓਨ ਵਿੱਚ ਦੇਉ ਖੜੋਵਾ। ਵਿੱਚ ਆ ਕੇ ਖਲੋ ਗਿਆ, ਜਪਾਉਣ ਲੱਗ ਪਿਆ। ਜਿਹੜਾ ਆਪਾਂ ਕਹਿੰਦੇ ਨਾਮ ਜਪਿਆਂ ਰੋਗ ਹਟਦੇ ਨੇ, ਉਦੋਂ ਹਟਦੇ ਨੇ ਜਦੋਂ ਆਪ ਜਪਾਉਂਦਾ ਵਿੱਚ ਵਰਤ ਕੇ। ਅਜੇ ਆਪਾਂ ਖੁਦ ਜਪ ਰਹੇ। ਉੱਥੇ ਫਿਰ ਕਿਆ ਕਹਿਣ ਲੱਗੇ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਵਾ, ਦਿਨ ਰਹਿਣ ਨਾਮ ਧਿਆਏਂਦਾ, ਫਿਰ ਪਾਏ ਨਾ ਮੋਆ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ। ਰੋਗ ਸੋਗ ਕਦੋਂ ਮਿਟੇ? ਜਦੋਂ ਬੰਦੇ ਦਾ ਹੰਕਾਰ ਵਿਲੀਨ ਹੋ ਗਿਆ, ਜ਼ੀਰੋ ਹੋ ਗਿਆ, ਹੁਣ ਉਹ ਜਪਦਾ ਵੀ ਨਹੀਂ, ਆਪ ਹੀ ਵਿੱਚ ਜਪੀ ਜਾਂਦਾ। ਤਾਂ ਇਹ ਜਿਹੜੀ ਤੁਕੇ ਆਪ ਜਪਾਏ ਜਪੈ ਸੋ ਨਾਉ, ਇਹਨੂੰ ਆਰੰਭ ਵਿੱਚ ਆਪਣੇ ਉੱਤੇ ਨਹੀਂ ਲਾਉਣਾ ਚਾਹੀਦਾ। ਸ਼ੁਰੂ ਵਿੱਚ ਤੇ ਨਾ ਜਪਿਆ ਜਾਏ ਤੇ ਸਿੱਖ ਜ਼ੋਰ ਲਾ ਲਾ ਕੇ ਜਪੇ। ਸਾਡੇ ਵਾਸਤੇ ਨਹੀਂ ਇਹ ਤੁਕ। ਕਈ ਸੱਜਣ ਕਹਿੰਦੇ ਨੇ, ਗੁਰੂ ਸਾਹਿਬ ਕਹਿੰਦੇ ਆਪ ਜਪਾਏ, ਜਦੋਂ ਜਪਾਉਣਗੇ ਜਪ ਲਾਂਗੇ। ਉਹਨਾਂ ਚਿਰ ਗੀਤ ਸੰਗੀਤ ਸੁਣੋ। ਗੁਰੂ ਗੋਬਿੰਦ ਸਿੰਘ ਨੇ ਖੁਦ ਥੋੜ੍ਹੀ ਆਉਣਾ ਸਾਡੇ ਘਰ ਵੀ ਲਿਆ ਸਿੱਖਾ, ਉਹਦੇ ਕੋਲ ਹੋਰ ਬੜੇ ਸਿੱਖ ਨੇ ਜਿਹੜੇ ਉਹਦੇ ਕੋਲ ਖੁਦ ਆਉਂਦੇ ਨੇ। ਇਸ ਕਰਕੇ ਕਿਸੇ ਸੱਜਣ ਨੇ ਇੱਕ ਬੜੀ ਸੁੰਦਰ ਘਟਨਾ ਲਿਖੀ ਹੈ। ਕਿਸੇ ਫਕੀਰ ਦਾ ਆਸ਼ਰਮ ਸੀ, ਕੋਈ ਨਵਾਂ ਫਕੀਰ ਚਲਾ ਗਿਆ, ਨਵਾਂ ਗਿਆ। ਉਹਨੇ ਕਿਤੇ ਕੁਦਰਤੀ ਪਹਿਲੇ ਦਿਨ ਗਿਆ ਜਦੋਂ ਤੇ ਕਥਾ ਹੋ ਰਹੀ ਸੀ, ਤੇ ਕਥਾ ਵਿੱਚ ਕਿਹਾ ਜਾ ਰਿਹਾ ਸੀ ਵੀ ਜੋ ਕੁਝ ਉਹ ਕਰਾਉਂਦਾ ਹੈ ਉਹ ਹੀ ਹੁੰਦਾ ਹੈ। ਗੱਲ ਠੀਕ ਸੀ। ਕਥਾ ਵਿੱਚ ਇਸ ਗੱਲ ਤੇ ਟੌਪਿਕ ਤੇ ਜ਼ੋਰ ਦਿੱਤਾ ਜਾ ਰਿਹਾ ਸੀ ਵੀ ਬੰਦਾ ਕੁਝ ਨਹੀਂ ਕਰ ਸਕਦਾ, ਜੋ ਕੁਝ ਕਰਦਾ ਰੱਬ ਹੀ ਕਰਦਾ ਹੈ। ਹੁਣ ਉਹ ਪਹਿਲੇ ਦਿਨ ਉਪਦੇਸ਼ ਸੁਣ ਤੇ ਲਿਆ ਤੇ ਉਹ ਪੂਰੀ ਤਰ੍ਹਾਂ ਕਲੀਅਰ ਨਾ ਹੋ ਸਕਿਆ ਵੀ ਇਹ ਕਿਹਦੇ ਵਾਸਤੇ ਹੈ। ਇਹ ਉਹਦੇ ਵਾਸਤੇ ਸੀ ਜਿਹੜਾ ਅੱਗੇ ਲੰਘ ਗਿਆ ਕਰ ਕਰਕੇ, ਜੁੜ ਗਿਆ ਯਤਨ ਕਰ ਕਰਕੇ। ਉਹਨੇ ਉਹ ਸੁਣ ਕੇ ਆਪਣੇ ਪੱਲੇ ਬੰਨ੍ਹ ਲਿਆ। ਉਹ ਡੇਰਾ ਮਸ਼ਹੂਰ ਸੀ, ਉਹਦੇ ਵਿੱਚ ਖੀਰ ਬੜੀ ਬਣਦੀ ਸੀ। ਸਵੇਰੇ ਉੱਠਦਿਆਂ ਉਹਨੇ ਖੀਰ ਨਾਲ ਰੱਜ ਲੈਣਾ ਤੇ ਫਿਰ ਸੌਂ ਜਾਣਾ। ਫਿਰ ਭੁੱਖ ਲੱਗਣੀ ਦੁਪਹਿਰੀ, ਫਿਰ ਖੀਰ ਖਾ ਲੈਣੀ, ਫਿਰ ਸੌਂ ਜਾਣਾ। ਰਾਤ ਨੂੰ ਫਿਰ ਖਾ ਲੈਣੀ, ਸੁੱਤੇ ਹੀ ਰਹਿਣਾ। 8-10 ਦਿਨਾਂ ਬਾਅਦ ਖੋਜ ਹੋਈ ਤੇ ਉੱਥੋਂ ਦਾ ਜਿਹੜੇ ਜ਼ਿੰਮੇਵਾਰ ਸਨ ਉਹਨਾਂ ਪੁੱਛਿਆ ਵੀ ਇਹ ਸੱਜਣ ਬੁਲਾਓ ਇਹਨੂੰ। ਪੁੱਛਿਆ ਵੀ ਤੂੰ ਸੁੱਤਾ ਹੀ ਰਹਿਣਾ, ਕੋਈ ਕਰਿਆ ਕਰ ਸੇਵਾ, ਕੋਈ ਬਾਣੀ ਪੜ੍ਹਿਆ ਕਰ, ਕੋਈ ਸਿਮਰਨ ਕਰਿਆ ਕਰੋ, ਜੀਵਨ ਦਾ ਉਧਾਰ ਹੋਵੇ। ਇੱਥੇ ਲੈਣ ਕੀ ਆਇਆ? ਕਹਿਣ ਲੱਗਾ ਜੀ ਆਪੇ ਤੇ ਕਥਾ ਵਿੱਚ ਤੁਸੀਂ ਕਿਹਾ ਵੀ ਜੋ ਕੁਝ ਕਰਨਾ ਹੈ ਉਹਨੇ ਕਰਨਾ, ਅਸੀਂ ਤੇ ਕਰ ਹੀ ਕੁਝ ਨਹੀਂ ਸਕਦੇ, ਇਸ ਕਰਕੇ ਸਾਨੂੰ ਕੀ ਲੋੜ ਹੈ। ਉਹਨਾਂ ਕਿਹਾ ਫਿਰ ਖੀਰ ਵੀ ਉਹੀ ਖਾ ਲਏਗਾ, ਮੰਜੇ ਤੇ ਲੰਮਾ ਪਿਆ ਰਿਹਾ ਕਰ, ਖੀਰ ਖਾਣ ਵਾਸਤੇ ਕਾਹਦੇ ਲਈ ਉੱਠਣਾ। ਜਿਹੜੀ ਚੀਜ਼ ਵਿੱਚ ਬੰਦੇ ਨੂੰ ਉਹਦੀ ਰੁਚੀ ਹੈ ਉੱਥੇ ਨਹੀਂ ਕਹਿੰਦਾ ਵੀ ਉਹ ਆਪ ਕਰੇਗਾ। ਰੋਟੀ ਖਾਣ ਲਈ ਨਹੀਂ ਕਹਿੰਦਾ, ਕਦੀ ਨਹੀਂ ਕਹੇਗਾ ਕੋਈ ਨਹੀਂ ਛੱਡੋ ਪਰੇ ਪ੍ਰਸ਼ਾਦਾ ਕੀ ਛਕਣਾ, ਆਪੇ ਹੀ ਉਹ ਛਕ ਲਏਗਾ। ਨਹੀਂ, ਉੱਥੇ ਬੜਾ ਸੁਚੇਤ ਹੋ ਕੇ ਜਾਏਗਾ। ਜਿਹੜੇ ਕੰਮ ਨੂੰ ਉਹਨੇ ਕਰਨਾ ਨਹੀਂ ਉਹ ਰੱਬ ਤੇ ਥੋਪ ਕੇ ਆਪਣੀ ਜਾਨ ਛਡਾ ਲੈਂਦਾ। ਤਾਂ ਇਹ ਜਿਹੜੀ ਤੁਕ ਹੈ ਨਾ, ਇਹ ਸਮਰਪਿਤ ਲੋਕ ਜਿਹੜੇ ਜੁੜ ਗਏ ਉਹ ਇਸ ਦਸ਼ਾ ਵਿੱਚ ਰਹਿੰਦੇ ਕਿ ਹੁਣ ਜੋ ਕੁਝ ਮੈਂ ਜਪਦਾ ਵੀ ਹਾਂ ਜਾਂ ਕੁਝ ਸੇਵਾ ਕਰਨਾ ਹੁਣ ਮੈਂ ਨਹੀਂ ਕਰ ਰਿਹਾ, ਉਹ ਹੀ ਮੇਰੇ ਵਿੱਚ ਕਰ ਰਿਹਾ ਹੈ।
ਹਜ਼ੂਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਜਿਹਦੇ ਤੇ ਬਖਸ਼ਿਸ਼ ਕਰ ਦਿੰਦਾ ਹੈ ਉਹ ਹੀ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਤੇ ਨਾਮ ਜਪਦਾ। ਪਰ ਇਹ ਕਦੋਂ ਹੁੰਦਾ, ਅੱਗੇ ਸਪਸ਼ਟ ਕਰ ਦਿੱਤਾ। ਇਹ ਉਦੋਂ ਹੁੰਦਾ ਹੈ ਜਦੋਂ ਕਹਿੰਦੇ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ। ਹੁਣ ਪ੍ਰਕਾਸ਼ ਕਿਹਨੂੰ ਹੋਇਆ? ਆਮ ਬੰਦੇ ਨੂੰ ਹੋਇਆ, ਆਮ ਸਾਧਕ ਨੂੰ। ਇਹ ਜਿਹਦੇ ਵਿੱਚ ਪ੍ਰਕਾਸ਼ ਦੀਵਾ ਜਗ ਪਿਆ ਉਹਦੀ ਘਟਨਾ ਹੈ, ਦੂਸਰੇ ਦੀ ਨਹੀਂ, ਹਨੇਰੇ ਵਾਲੇ ਦੀ ਨਹੀਂ। ਉਹਦੀ ਕਿਰਪਾ ਨਾਲ ਜਦੋਂ ਪ੍ਰਕਾਸ਼ ਹੋ ਗਿਆ, ਫਿਰ ਕਹਿੰਦੇ ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭੂ ਦੀ ਦਇਆ ਨਾਲ ਉਸ ਮਨੁੱਖ ਦੇ ਜੀਵਨ ਵਿੱਚ ਕਮਲ ਦਾ ਫੁੱਲ ਵਿਗਾਸ ਖਿੜ ਪੈਂਦਾ ਹੈ, ਸਦਾ ਖੁਸ਼ੀ ਉਹਦੇ ਵਿੱਚ ਬਣੀ ਰਹਿੰਦੀ ਹੈ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ। ਵਾਹਿਗੁਰੂ ਖੁਸ਼ ਹੋ ਗਿਆ, ਉਹਦੀ ਖੁਸ਼ੀ ਵਿੱਚ ਬੜੇ ਖਜ਼ਾਨੇ ਨੇ। ਜਿਹਦੇ ਤੇ ਖੁਸ਼ ਹੋ ਗਿਆ, ਖੁਸ਼ ਹੁੰਦਾ ਹੈ ਬੰਦੇ ਦੀ ਦੋ ਚੀਜ਼ਾਂ ਤੇ, ਇੱਕ ਤੇ ਉਹਦੀ ਸ਼ੁੱਧਤਾ ਜਿਹਨੂੰ ਕਹਿੰਦੇ ਪਿਓਰਿਟੀ, ਪਿਓਰ ਹੋਵੇ ਜੀਵਨ, ਹੰਕਾਰ ਰਹਿਤ ਹੋਵੇ। ਇੱਕ ਹੋਵੇ ਉਹਦੇ ਵਿੱਚ ਕੁਆਲਿਟੀ। ਦੋ ਚੀਜ਼ਾਂ ਜਿਹਦੇ ਵਿੱਚ ਆ ਗਈਆਂ ਉਹਦੇ ਤੇ ਖੁਸ਼ ਹੋ ਗਿਆ। ਤੇ ਜਦੋਂ ਖੁਸ਼ ਹੋਇਆ ਉਹਦੇ ਵਿੱਚ ਸਾਰੀਆਂ ਵਸਤੂਆਂ ਮਿਲ ਗਈਆਂ, ਉਹਨੇ ਦਇਆ ਕਰ ਦਿੱਤੀ ਤੇ ਮਤ ਉੱਤਮ ਹੋ ਗਈ। ਫਿਰ ਕਹਿੰਦੇ ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪਹੁ ਕਛੂ ਨ ਕਿਨਹੂ ਲਿਆ। ਜਦੋਂ ਸਾਧ ਸੰਗਤ ਕਿਸੇ ਰੁੱਖ ਨੂੰ ਫਲ ਬਹੁਤੇ ਲੱਗ ਜਾਣ ਨਾ, ਜਿਉਂ-ਜਿਉਂ ਫਲ ਪੱਕਦੇ ਨੇ ਟਹਿਣੀਆਂ ਜ਼ਮੀਨ ਵੱਲ ਝੁਕਣੀਆਂ ਸ਼ੁਰੂ ਹੋ ਜਾਂਦੀਆਂ। ਇਹ ਉਹਨਾਂ ਲੋਕਾਂ ਦੀ ਦਸ਼ਾ ਜਿਨ੍ਹਾਂ ਤੇ ਬਖਸ਼ਿਸ਼ ਹੋ ਗਈ, ਝੁਕਦੇ ਗਏ, ਹੋਰ ਨੀਵੇਂ ਹੋ ਗਏ। ਮਿਲਿਆ ਬੜਾ ਕੁਝ, ਕੀਤਾ ਬੜਾ ਕੁਝ, ਪਰ ਜਿਉਂ-ਜਿਉਂ ਮਿਲਦਾ ਤਿਉਂ-ਤਿਉਂ ਅਰਦਾਸ ਵਿੱਚ ਹੋਰ ਝੁਕਦੇ ਜਾਂਦੇ ਨੇ। ਕਹਿੰਦੇ ਹੇ ਅਕਾਲ ਪੁਰਖ, ਆਪੋ ਕਛੂ ਨਾ ਕਿਨਹੂ ਲਿਆ। ਆਪ ਨਹੀਂ ਕੁਝ ਲੈ ਸਕਦਾ ਕੋਈ, ਮੇਰੀ ਕੋਈ ਕਮਾਈ ਨਹੀਂ, ਮੇਰਾ ਕੋਈ ਜਪ ਨਹੀਂ, ਕੋਈ ਤਪ ਨਹੀਂ, ਕੋਈ ਸੇਵਾ ਨਹੀਂ। ਇੱਥੇ ਜਾ ਕੇ ਇਉਂ ਜਾਣੋ ਕਿ ਮਨੁੱਖ ਨੇ ਉਹਦੇ ਦਰਵਾਜ਼ੇ ਨੂੰ ਹੱਥ ਪਾ ਲਿਆ। ਸਾਹਿਬ ਕਹਿੰਦੇ ਜਿਤ ਜਿਤ ਲਾਵੋ ਤਿਤ ਲੱਗੈ ਹੈ ਹਰ ਨਾਥ। ਜੀਵਨ ਦੀ ਰੱਸੀ ਅਕਾਲ ਪੁਰਖ ਦੇ ਹੱਥਾਂ ਵਿੱਚ ਫੜਾ ਦਿੱਤੀ। ਕਹਿੰਦੇ ਜਿੱਧਰ ਲਾਓ ਉੱਧਰ ਲੱਗਣਾ, ਜਿੱਧਰ ਤੋਰੋਗੇ ਚਲੇ ਜਾਣਾ। ਇੱਕ ਇਸ ਤਰ੍ਹਾਂ ਦਾ ਮੁਰੀਦ ਜੀਵਨ। ਸਾਹਿਬ ਕਹਿੰਦੇ ਨਾਨਕ ਇਨ ਕੈ ਕਛੂ ਨਾ ਹਾਥ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਇਹਨਾਂ ਦੇ ਹੱਥ ਵਿੱਚ, ਭਾਵ ਸਾਡੇ ਵੱਲ ਇਸ਼ਾਰਾ ਕਰਨ, ਕੁਝ ਨਹੀਂ। ਆਪ ਕਿਰਪਾ ਕਰਕੇ ਬਖਸ਼ਿਸ਼ ਕਰੋ। ਆਓ ਗੁਰੂ ਦਰ ਤੋਂ ਦਾਤ ਮੰਗੀ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ